वो खुदा खुदा नहीं है, वो खुदा खुदा नहीं है, जो इधर है उधर नहीं है। वो खुदा खुदा नहीं है, जो इधर है उधर नहीं है। परमात्मा कन कन विच विराजमान आ। कन कन ही परमात्मा है। सारी दुनिया कहती है परमात्मा एक है, गॉड इज़ वन, पर फिर भी असी अपने अपने परमात्मा बनाई बैठे हैं। एक पासे असी कह रहे हैं कि वो परमात्मा वो है ਜਿਹੜਾ ਕਦੇ ਜੰਮਦਾ ਨਹੀਂ, ਕਦੇ ਮਰਦਾ ਨਹੀਂ ਹੈਗਾ। ਜਿਹਦਾ ਕੋਈ ਰੰਗ ਨਹੀਂ ਹੈਗਾ, ਰੂਪ ਨਹੀਂ ਹੈਗਾ, ਆਕਾਰ ਨਹੀਂ ਹੈਗਾ। ਜੇ ਉਹਦਾ ਰੰਗ ਰੂਪ ਆਕਾਰ ਨਹੀਂ ਹੈਗਾ, ਉਹ ਜੰਮਦਾ ਨਹੀਂ, ਉਹ ਮਰਦਾ ਨਹੀਂ ਹੈਗਾ, ਕਿਸੇ ਜੋਨੀ ਵਿੱਚ ਨਹੀਂ ਆਉਂਦਾ ਪਿਆ, ਤਾਂ ਫਿਰ ਅਸੀਂ ਉਹਨੂੰ ਮਿਲਾਂਗੇ ਕਿੱਦਾਂ? ਉਸ ਪਰਮਾਤਮਾ ਨੂੰ ਦੇਖਾਂਗੇ ਕਿੱਦਾਂ? ਜਿਹੜਾ ਨਿਰਾਕਾਰ ਆ, ਉਹ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਆ, ਰਾਮ ਆ, ਪਰਮਾਤਮਾ ਹੈ, ਰੱਬ ਹੈ। ਉਸ ਨੂੰ ਅਸੀਂ ਦੇਖਾਂਗੇ ਕਿੱਦਾਂ ਜੇ ਉਹਦਾ ਕੋਈ ਰੰਗ ਨਹੀਂ ਹੈਗਾ, ਰੂਪ ਨਹੀਂ ਹੈਗਾ, ਆਕਾਰ ਨਹੀਂ ਹੈਗਾ? ਪਰਮਾਤਮਾ ਨੇ, ਉਸ ਰੱਬ ਨੇ ਆਪਣੀ ਪਹਿਚਾਣ ਦੇਣ ਦੇ ਲਈ ਤਾਂ ਸਮੇਂ ਦੇ ਵਿੱਚ ਕੋਈ ਨਾ ਕੋਈ ਅਵਤਾਰ ਲੈ ਕੇ ਉਹ ਸੰਸਾਰ 'ਚ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ। ਗੁਰੂ ਸਾਹਿਬ ਕਹਿੰਦੇ ਆ, ਆਗ ਲਗੀ ਆਕਾਸ਼ ਮੇਂ, झरझर बरसे अंगार, संत न होते जगत में, जल मरता संसार। ये संसार इन्हां संतां महापुरुषां करके, इन्हां फकीरां करके, इन्हां गुरुआं करके ही संसार बचिया होया। जिन्ने भी संसार दे विच संत महापुरुष फकीर गुरु महाराज आए ने, सारिਆਂ ने किसी ना किसी माँ के कुखों जन्म लिता है, क्योंकि ये सृष्टि का नियम हैगा, जिहड़ा संसार च आया उन्हें एक ना एक दिन जाना हैगा। वो सारिਆਂ ਦਾ रास्ता आउण दा ਉਹੀ ਆ ते जाण दा ਉਹੀ ਆ। फिर असीं परमात्मा दे विच भेदभाव क्यों करते पे हैं? ਜਿਹੜੇ गुरु ਹੁੰਦੇ ने, संत महापुरुष ਹੁੰਦੇ ने, फकीर ਹੁੰਦੇ ਨੇ, ਇਹ ਕਿਸੇ ਇੱਕ ਧਰਮ ਦੇ ਨਹੀਂ ਹੁੰਦੇ। ਇਹਨਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਇਹ ਸਭ ਦੇ ਸਾਂਝੇ ਹੁੰਦੇ ਨੇ। ਇਹਨਾਂ ਕੋਲ ਕੋਈ ਚੋਰ ਆਵੇ, ਚਾਹੇ ਕੋਈ ਠੱਗ ਆਵੇ, ਚਾਹੇ ਕੋਈ ਸਾਧੂ ਆਵੇ, ਚਾਹੇ ਕੋਈ ਅਮੀਰ ਆਵੇ, ਚਾਹੇ ਕੋਈ ਗਰੀਬ ਆਵੇ, ਕੋਈ ਉੱਚਾ ਆਵੇ, ਕੋਈ ਨੀਚਾ ਆਵੇ, ਸਾਰਿਆਂ ਨੂੰ ਇਹ ਆਪਣੇ ਗਲ ਨਾਲ ਲਗਾਉਂਦੇ ਆ। ਇਹ ਕਿਸੇ ਵੀ ਫਰਕ ਨਹੀਂ ਕਰਦੇ, ਕਿਉਂਕਿ परमात्मा ਇੱਕ ਹੈ। ਅਸੀਂ ਸਾਰੇ ਉਹਦੇ ਬੱਚੇ ਹਨ, ਸਾਰਾ ਸੰਸਾਰ ਉਹਦਾ ਹੀ ਬਣਾਇਆ ਹੋਇਆ ਹੈ, ਪਰ ਅਸੀਂ ਉਸ ਇੱਕ ਦੀ ਪਹਿਚਾਣ ਕਿਉਂ ਨਹੀਂ ਕਰਦੇ ਪਏ? ਅਸੀਂ ਇੰਨੇ ਸੰਸਾਰ, ਅੱਜ ਸਮਾਜ ਸਾਡਾ ਇੰਨਾ ਪੜ੍ਹ ਲਿਖ ਗਿਆ, ਪੜ੍ਹ ਲਿਖ ਕੇ ਤਰਕ ਕਰਨ ਲੱਗ ਗਿਆ। ਜਿਹੜਾ ਅਧਿਆਤਮਿਕ ਦਾ ਮਾਰਗ ਆ, ਭਗਤੀ ਦਾ ਜਿਹੜਾ ਮਾਰਗ ਆ, ਇਹ ਤਰਕ ਦਾ ਵਿਸ਼ਾ ਨਹੀਂ ਹੈਗਾ। ਇਹ ਪ੍ਰੈਕਟੀਕਲ ਕਰਨ ਦਾ ਵਿਸ਼ਾ। ਅਨੁਭਵ ਕਰੋ, ਪ੍ਰੈਕਟੀਕਲ ਖੁਦ ਕਰੋ। ਅਗਰ ਤੁਸੀਂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਆ, ਉਸ ਰੱਬ ਨੂੰ ਜਾਣਨਾ ਚਾਹੁੰਦੇ ਆ, ਉਸ ਖੁਦਾ ਨੂੰ ਜਾਣਨਾ ਚਾਹੁੰਦੇ ਆ, ਉਸ ਗੋਡ ਨੂੰ ਜਾਣਨਾ ਚਾਹੁੰਦੇ ਆ, ਤਾਂ ਉਹਨੂੰ ਜਾਣਨ ਦੇ ਲਈ ਤੁਹਾਨੂੰ ਭਗਤੀ ਕਰਨੀ ਪੈਣੀ ਆ, ਤੁਹਾਨੂੰ ਬੰਦਗੀ ਕਰਨੀ ਪੈਣੀ ਆ, ਤੁਹਾਨੂੰ ਨਾਮ ਜਪਣਾ ਪੈਣਾ ਆ।
ਜਦ ਤੱਕ ਤੁਸੀਂ ਭਗਤੀ ਨਹੀਂ ਕਰਦੇ, ਜਦ ਤੱਕ ਤੁਸੀਂ ਬੰਦਗੀ ਨਹੀਂ ਕਰਦੇ, ਜਦ ਤੱਕ ਤੁਸੀਂ ਨਾਮ ਨਹੀਂ ਜਪਦੇ, ਤਦ ਤੱਕ ਤੁਸੀਂ ਉਸ ਪਰਮਾਤਮਾ ਨੂੰ ਜਾਣ ਨਹੀਂ ਸਕਦੇ। ਬਾਹਰਲੇ ਜੋ ਵੀ ਸਾਡੇ ਧਰਮਾਂ ਦੇ ਗ੍ਰੰਥ ਹਨ, ਚਾਹੇ ਹਿੰਦੂਆਂ ਦਾ, ਚਾਹੇ ਮੁਸਲਮਾਨਾਂ ਦਾ, ਚਾਹੇ ਸਿੱਖਾਂ ਦਾ, ਚਾਹੇ ਈਸਾਈਆਂ ਦਾ, ਇਹ ਜਿੰਨੇ ਵੀ ਸਾਡੇ ਧਰਮ ਗ੍ਰੰਥ ਨੇ, ਇਹ ਸਾਡਾ ਸਿਰਫ ਉਹਨਾਂ ਨੇ, ਗੁਰੂਆਂ ਮਹਾਰਾਜ ਨੇ, ਸੰਤਾਂ ਮਹਾਂਪੁਰਸ਼ ਨੇ ਆਪਣਾ ਅਨੁਭਵ ਲਿਖਿਆ, ਆਪਣਾ ਪ੍ਰੈਕਟੀਕਲ ਕੀਤਾ। ਠੀਕ ਹੈ ਨਾ? ਇਹ ਤੁਸੀਂ ਆਪਣਾ ਕੀ ਅਨੁਭਵ ਕੀਤਾ ਆ, ਤੁਸੀਂ ਕੀ ਜਾਣਿਆ? ਇਹ ਤਾਂ ਕਿਸੇ ਦਾ ਗਿਆਨ ਆ, ਕਿਸੇ ਦਾ ਦੇਖਿਆ ਹੋਇਆ, ਕਿਸੇ ਦਾ ਅਨੁਭਵ ਕੀਤਾ ਹੋਇਆ ਗਿਆਨ ਆ। ਉਹਨਾਂ ਨੇ ਦੇਖਿਆ ਕਿ ਪਰਮਾਤਮਾ ਇੱਦਾਂ ਦਾ, ਉਹਦਾ ਰੰਗ ਇੱਦਾਂ ਦਾ, ਉਹਦਾ ਰੂਪ ਇੱਦਾਂ ਦਾ, ਉਹ ਇੱਦਾਂ ਦਾ, ਉਹ ਇਸ ਜਨਮ ਵਿੱਚ ਇੱਦਾਂ ਆਇਆ, ਉਸ ਜਨਮ ਵਿੱਚ ਉੱਦਾਂ ਆਇਆ, ਹੈ ਨਾ? ਸਭ ਕੁਝ ਲਿਖ ਦਿੱਤਾ ਕਿ ਸ਼ਬਦ ਨਾਲ ਧਰਤੀ ਬਣੀ ਹੈ, ਸ਼ਬਦ ਨਾਲ ਆਕਾਸ਼ ਬਣੀ ਹੈ, ਸਭ ਕੁਝ ਲਿਖ ਦਿੱਤਾ। ਪਰ ਅਸੀਂ ਆਪਣੀ ਮਿਹਨਤ ਕੀ ਕੀਤੀ? ਅਸੀਂ ਆਪਣਾ ਅਨੁਭਵ ਕੀ ਕੀਤਾ? ਉਹਨੂੰ ਜਾਣਨ ਦੇ ਲਈ ਸਾਨੂੰ ਪ੍ਰੈਕਟੀਕਲ ਕਰਨਾ ਪਵੇਗਾ, ਆਪਣਾ ਅਨੁਭਵ ਕਰਨਾ ਪਵੇਗਾ, ਸਾਨੂੰ ਅੰਦਰ ਦੀ ਯਾਤਰਾ ਕਰਨੀ ਪਵੇਗੀ। ਅਸੀਂ ਸਿਰਫ ਬਾਹਰ ਦੇ ਕਰਮ ਕਾਂਡਾਂ ਵਿੱਚ ਹੀ ਪੈ ਗਏ। ਬਾਹਰ ਜੋ ਇਹਨਾਂ ਅੱਖਾਂ ਨਾਲ ਦੇਖਦੇ ਪਏ ਆ, ਇਹਨਾਂ ਨੂੰ ਅਸੀਂ ਸੱਚ ਮੰਨ ਕੇ ਬਹਿ ਗਏ। ਅਸਲ ਵਿੱਚ ਜੋ ਅਸੀਂ ਇਹਨਾਂ ਅੱਖਾਂ ਨਾਲ ਦੇਖਦੇ ਪਏ ਆ, ਇਹ ਸਭ ਇੱਕ ਝੂਠ ਆ, ਸਭ ਇੱਕ ਸੁਪਨਾ ਆ। ਅੱਜ ਸਮਾਂ ਇੱਦਾਂ ਦਾ ਹੋ ਗਿਆ ਕਿ ਇਨਸਾਨ ਸੱਚ ਬੋਲਣ ਤੋਂ ਡਰਦਾ ਆ। ਜੇ ਤੁਸੀਂ ਕਿਸੇ ਨੂੰ ਗੁਰੂ ਦੇ ਨਾਲ ਜੋੜਨਾ ਚਾਹੁੰਦੇ ਹੋ, ਪਰਮਾਤਮਾ ਦੇ ਨਾਲ ਜੋੜਨਾ ਚਾਹੁੰਦੇ ਹੋ, ਬੰਦਗੀ ਦੇ ਨਾਲ ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਸੱਚ ਬੋਲਣਾ ਹੀ ਪੈਣਾ। ਕਦ ਤੱਕ ਤੁਸੀਂ ਝੂਠ ਬੋਲੋਗੇ? ਕਦ ਤੱਕ ਤੁਸੀਂ ਲੋਕਾਂ ਨੂੰ ਕਰਾਹੇ ਪਾਓਗੇ? ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਂਦਾ ਆ। ਅੱਜ ਅਸੀਂ ਪਰਮਾਤਮਾ ਦੀ ਗੱਲ ਤੇ ਇੱਕ ਦੂਜੇ ਨਾਲ ਲੜੀ ਜਾ ਰਹੇ ਹਾਂ ਕਿ ਤੇਰਾ ਰੱਬ, ਮੇਰਾ ਰੱਬ ਵੱਡਾ, ਤੇਰਾ ਰੱਬ ਛੋਟਾ, ਹੈ ਨਾ? ਮੇਰਾ ਗੁਰੂ ਕਰੇ ਚਮਤਕਾਰ, ਤੇਰਾ ਕਵੇ ਤੇ ਐਵੇਂ, ਹੈ ਨਾ, ਕਿ ਪਖੰਡ। ਅਸੀਂ ਇਹ ਚੱਕਰਾਂ ਵਿੱਚ ਫਸੇ ਹੋਏ ਹਾਂ। ਜੇ ਤੁਸੀਂ ਆਪਣੇ ਗੁਰੂ ਨੂੰ ਜਾਣਨਾ ਚਾਹੁੰਦੇ ਹੋ, ਉਸ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਹੋ, ਸੱਚ ਨੂੰ ਪਹਿਚਾਨਣਾ ਚਾਹੁੰਦੇ ਹੋ, ਤਾਂ ਬੰਦਗੀ ਕਰਨੀ ਸ਼ੁਰੂ ਕਰੋ, ਭਗਤੀ ਕਰਨੀ ਸ਼ੁਰੂ ਕਰੋ। ਸਾਨੂੰ ਇਹੀ ਤੱਕ ਨਹੀਂ ਪਤਾ ਲੱਗਿਆ, ਅਸੀਂ ਇਹੋ ਜਿਹੇ ਕੱਟਰ ਬਣ ਗਏ ਹੋਏ ਆ ਕਿ ਸਾਨੂੰ ਸੱਚ ਦੀ ਪਹਿਚਾਣ ਹੀ ਨਹੀਂ ਕਰਨੀ ਆ ਰਹੀ। ਹਜੇ ਵੀ ਸਮਾਂ ਆ, ਜੇ ਤੁਸੀਂ ਆਪਣੇ ਧਰਮਾਂ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਆਪਣੇ ਗੁਰੂ ਘਰਾਂ ਦੇ ਵਿੱਚੋਂ, ਚਾਹੇ ਮੰਦਿਰ ਆ, ਚਾਹੇ ਗੁਰਦੁਆਰਾ, ਚਾਹੇ ਚਰਚ ਆ, ਚਾਹੇ ਕੋਈ ਮਸਜਿਦ ਆ, ਆਪਣੇ ਧਰਮ ਸਥਾਨਾਂ ਦੇ ਵਿੱਚੋਂ ਰਾਜਨੀਤੀ ਨੂੰ ਬਾਹਰ ਕੱਢ ਦਿਓ। ਜਦ ਤੱਕ ਤੁਹਾਡੀ ਇਹ ਰਾਜਨੀਤੀ ਤੁਹਾਡੇ ਧਰਮਾਂ ਦੇ, ਇਹਨਾਂ ਡੇਰਿਆਂ ਦੇ ਵਿੱਚ, ਮੰਦਿਰਾਂ ਵਿੱਚ, ਗੁਰਦੁਆਰੇ ਵਿੱਚ ਜਦ ਤੱਕ ਰਾਜਨੀਤਿਕ ਆ, ਤਦ ਤੱਕ ਤੁਹਾਨੂੰ ਸੱਚ ਦਾ ਪਤਾ ਨਹੀਂ ਲੱਗ ਸਕਦਾ। ਹੁਣ ਪਿੱਛੇ ਜੇ ਕ੍ਰਿਸ਼ਨ ਦੀ ਇੱਕ ਕ੍ਰਿਸ਼ਨ ਅਸ਼ਟਮੀ ਆਈ ਸੀ, ਤੇ ਕ੍ਰਿਸ਼ਨ ਦੀ ਕਿਸੇ ਗੁਰੂ, ਕਿਸੇ ਰਾਗੀ ਸਿੰਘ ਨੇ ਕ੍ਰਿਸ਼ਨ ਦੀ ਵਡਿਆਈ ਕੀਤੀ ਸੀ। ਕ੍ਰਿਸ਼ਨ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਉਹ ਕ੍ਰਿਸ਼ਨ ਦੀ ਉਹਨੇ ਇੰਨੀ ਵਡਿਆਈ ਕੀਤੀ, ਇੰਨੀ ਵਡਿਆਈ ਕੀਤੀ, ਜਾਂ ਕਿਸੇ ਨੇ ਕਲਿੱਪ ਪਾਇਆ ਤਾਂ ਅਗਲੇ ਦਿਨ ਉਹਨਾਂ ਨੂੰ ਮਾਫੀ ਮੰਗਣੀ ਪੈ ਗਈ। ਜਦੋਂ ਉਹਨਾਂ ਨੇ ਮਾਫੀ ਮੰਗੀ ਤਾਂ ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ। ਪਰ ਗੁਰੂ ਸਾਹਿਬ ਧੰਨ ਧੰਨ ਦਸਾਂ ਪਾਤਸ਼ਾਹੀ ਜੋਤ, ਹੈ ਨਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਗੁਰੂ ਸਾਹਿਬ ਨੇ ਰਾਮ ਦੀ ਵਡਿਆਈ ਕੀਤੀ ਆ, ਕ੍ਰਿਸ਼ਨ ਮਹਾਰਾਜ ਦੀ ਵਡਿਆਈ ਕੀਤੀ ਆ, ਕਬੀਰ ਸਾਹਿਬ ਦੀ ਵਡਿਆਈ ਕੀਤੀ ਆ, ਗੁਰੂ ਰਵਿਦਾਸ ਮਹਾਰਾਜ ਦੀ ਵਡਿਆਈ ਕੀਤੀ ਆ। ਉਹਦੇ ਵਿੱਚ ਕਿੰਨੇ ਭੱਟਾਂ ਦੀ ਬਾਣੀ ਆ, ਕਿੰਨੇ ਭਗਤਾਂ ਦੀ ਬਾਣੀ ਆ, ਕਿੰਨਾ ਕੁਛ ਆ ਉਹਦੇ ਵਿੱਚ। ਪਰ ਅਸੀਂ ਲੋਕ ਸੱਚ ਬੋਲਣ ਤੋਂ ਕਿਉਂ ਡਰਦੇ ਪਏ ਹਾਂ? ਅਸੀਂ ਸੱਚ ਦਾ ਪ੍ਰਚਾਰ ਕਿਉਂ ਨਹੀਂ ਕਰਦੇ ਪਏ? ਅਸੀਂ ਮਨਮੁਖ ਲੋਕ ਆ। ਅਸੀਂ ਮਨ ਦੇ ਮਗਰ ਲੱਗ ਕੇ ਅਸੀਂ ਦਾਇਰੇ ਵਿੱਚ ਸਮਿਤ ਹੋ ਕੇ ਬੈਠ ਗਏ ਆ। ਜਿਹੜਾ ਗੁਰਮੁਖ ਹੁੰਦਾ ਉਹ ਕਿਤੇ ਦਾਇਰੇ ਵਿੱਚ ਨਹੀਂ ਆਉਂਦਾ, ਉਹਦੀ ਕੋਈ ਮਰਿਆਦਾ ਨਹੀਂ ਹੁੰਦੀ।
ਸਿਰਫ ਇੰਨਾ ਕੁ ਹੁੰਦਾ ਕਿ ਉਹ ਹਰ ਕਿਸੇ ਨਾਲ ਪ੍ਰੇਮ ਕਰਦਾ, ਹਰ ਕਿਸੇ ਦਾ ਸਤਿਕਾਰ ਕਰਦਾ ਆ। ਜਿਹੜੇ ਮਨਮੁਖ ਲੋਕ ਹੁੰਦੇ ਨੇ ਉਹ ਦਾਇਰਿਆਂ ਵਿੱਚ ਸੀਮਿਤ ਹੁੰਦੇ ਨੇ ਕਿ ਇੱਥੇ ਜਾਣਾ, ਇੱਥੇ ਨਹੀਂ ਜਾਣਾ, ਆਹ ਕਰਨਾ, ਆਹ ਨਹੀਂ ਕਰਨਾ, ਇਹਨੂੰ ਮੰਨਣਾ, ਉਹਨੂੰ ਨਹੀਂ ਮੰਨਣਾ। ਇਹ ਲੋਕ ਮਨਮੁਖ ਲੋਕ ਕਰਦੇ ਨੇ। ਗੁਰਮੁਖ ਬੰਦਾ ਕਦੇ ਵੀ ਮਰਿਆਦਾ ਵਿੱਚ, ਉਹਨਾਂ ਦੀ ਕੋਈ ਮਰਿਆਦਾ ਨਹੀਂ ਕਿ ਇਹਦੇ ਵਿੱਚ ਰਹਿਣਾ। ਉਹ ਹਮੇਸ਼ਾ ਗੁਰੂ ਦੀ ਮੌਜ ਵਿੱਚ ਰਹਿੰਦੇ ਆ। ਠੀਕ ਹੈ ਨਾ। ਗੁਰੂ ਦੀ ਗੁਰਮੁਖ ਬੰਦੇ ਦੀ ਇੱਕੋ ਹੀ ਹੁੰਦੀ ਆ ਕਿ ਤੇਰਾ ਪਾਣਾ ਮਿੱਠਾ ਲਾਗੇ। ਉਹਦੀ ਰਜ਼ਾ 'ਚ ਰਾਜੀ ਰਹਿੰਦੇ ਆ। ਤੇਰਾ ਪਾਣਾ ਮਿੱਠਾ ਲਾਗੇ, ਉਹ ਇਹ ਮੰਨਦੇ ਆ। ਇਹਨਾਂ ਦੀ ਕੋਈ ਮਰਿਆਦਾ ਨਹੀਂ ਹੁੰਦੀ। ਹਰ ਕਿਸੇ ਨਾਲ ਪ੍ਰੇਮ ਕਰਦੇ ਆ, ਹਰ ਕਿਸੇ ਦਾ ਸਤਿਕਾਰ ਕਰਦੇ ਆ। ਜਿਹੜੇ ਮਨਮੁਖ ਲੋਕ ਆ ਉਹੀ ਆ, ਉਹ ਇੱਕ ਪਿੰਜਰੇ 'ਚ, ਜਿੱਦਾਂ ਇੱਕ ਪੰਛੀ ਪਿੰਜਰੇ ਵਿੱਚ ਕੈਦ ਆ, ਉਹਦੀ ਉਡਾਨ ਉਨੀ ਕੁ ਹੁੰਦੀ ਆ ਤੇ ਉਹ ਉੱਡ ਨਹੀਂ ਸਕਦਾ, ਹੈ ਨਾ। ਉਹਨੂੰ ਜਿੰਨਾ ਕੁ ਸਿਖਾਇਆ ਜਾਂਦਾ ਉਹ ਉਹੀ ਬੋਲਦਾ ਆ। ਅਸੀਂ ਲੋਕ ਲਕੀਰ ਦੇ ਫਕੀਰ ਬਣ ਗਏ। ਕਦੇ ਅਸੀਂ ਆਪਣਾ ਅਨੁਭਵ ਨਹੀਂ ਕੀਤਾ, ਉਸ ਨੂੰ ਸੱਚ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਸਾਡੇ ਦੁੱਖ ਦਾ ਕਾਰਨ ਹੈ। ਅਸੀਂ ਬਾਹਰ ਦੇ ਕਰਮ ਕਾਂਡ ਕਰੀ ਜਾਂਦੇ, ਬਾਹਰ ਦੇ ਕੰਮ ਹੀ ਕਰੀ ਜਾ ਰਹੇ ਹਾਂ, ਪਰ ਕਦੇ ਅੰਦਰ ਦੀ ਯਾਤਰਾ ਨਹੀਂ ਕੀਤੀ, ਕਦੇ ਉਸ ਨੂੰ ਸੱਚ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਬਾਹਰ ਦੇ ਮੰਦਰਾਂ ਨੂੰ, ਮਸਜਿਦਾਂ ਨੂੰ, ਗੁਰਦੁਆਰਿਆਂ ਨੂੰ, ਚਰਚਾਂ ਨੂੰ ਇੰਨਾ ਪਿਆਰ ਕਰੀ ਜਾ ਰਹੇ ਹਾਂ, ਪਰ ਜਿਸ ਖੁਦਾ ਨੇ, ਜਿਸ ਪਰਮਾਤਮਾ ਨੇ ਆਪਣਾ ਘਰ, ਇਹ ਸਰੀਰ ਹਰੀ ਦਾ ਮੰਦਰ ਬਣਾਇਆ, ਅਸੀਂ ਇਹਦੀ ਕਦਰ ਕਿਉਂ ਨਹੀਂ ਕਰਦੇ ਪਏ। ਜਦੋਂ ਉਹਨੇ ਸੰਸਾਰ ਦੀ ਰਚਨਾ ਕੀਤੀ ਹੈ, ਮਿੱਟੀ ਦੇ ਪੁਤਲੇ ਬਣਾਏ, ਉਹਦੇ ਵਿੱਚ ਹੀ ਉਹ ਆਪ ਬੈਠ ਗਿਆ ਕਿ ਮਿੱਟੀ ਦਾ ਕਲਬੂਤ ਬਣਾ ਕੇ ਵਿੱਚ ਵੜ ਬੈਠਾ। ਆਪੇ ਧੀਆਂ ਪੁੱਤਰ, ਆਪੇ ਹੀ ਬੰਦਾ ਮਾਪੇ, ਹਨ। ਆਪੇ ਹੀ ਹਸਾਵੇ, ਆਪੇ ਹੀ ਖੜਾਵੇ, ਆਪੇ ਹੀ ਕਰੇ ਸਿਆਪੇ। ਇਹ ਮਿੱਟੀ ਦਾ ਪੁਤਲਾ ਬਣਾ ਕੇ ਪ੍ਰਮਾਤਮਾ ਇਹਦੇ ਅੰਦਰ ਹੀ ਬੈਠ ਗਿਆ ਹੈ। ਅਗਰ ਕਿਸੇ ਨੇ ਪ੍ਰਮਾਤਮਾ ਨੂੰ ਪਾਇਆ, ਉਹਨੇ ਅੰਦਰ ਹੀ ਪਾਇਆ, ਬਾਹਰ ਕਿਸੇ ਨੂੰ ਨਹੀਂ ਪਾਇਆ ਹੈਗਾ। ਅੰਦਰ ਹੀ ਯਾਤਰਾ ਕੀਤੀ ਆ, ਆਪ ਅਨੁਭਵ ਕੀਤੇ ਆ, ਪ੍ਰੈਕਟੀਕਲ ਕੀਤੇ ਆ। ਪਰ ਅਸੀਂ ਲੋਕ ਲਕੀਰ ਦੇ ਫਕੀਰ ਬਣੀ ਜਾ ਰਹੇ ਹਾਂ। ਅਸੀਂ ਬਾਹਰ ਦੇ ਕੰਮ ਹੀ ਕਰੀ ਜਾ ਰਹੇ ਹਾਂ, ਅੰਦਰ ਤਾਂ ਆਂਦੀ ਨਹੀਂ ਪਏ। ਅੰਦਰ ਆਵਾਂਗੇ ਤਾਂ ਹੀ ਸਾਨੂੰ ਸੱਚ ਦਾ ਪਤਾ ਲੱਗੇਗਾ। ਬਾਹਰ ਦੇ ਜਿੰਨਾ ਤੁਸੀਂ ਮਰਜ਼ੀ ਕਿਤਾਬੀ ਗਿਆਨ ਪੜ੍ਹੀ ਜਾਓ, ਹੈ ਨਾ, ਜਿੰਨਾ ਮਰਜ਼ੀ ਕਿਤਾਬੀ ਗਿਆਨ ਪਾ ਕੇ ਤੁਸੀਂ ਬਚਨਾ ਨਾ ਆਪਣੇ ਲੋਕਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋ, ਹੈ ਨਾ। ਉਹਨਾਂ ਬਚਨਾ ਲੋਕਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਜਿਹੜਾ ਪਰਮਾਤਮਾ ਦਾ ਜਿਹੜਾ ਮਾਰਗ ਆ, ਅਧਿਆਤਮਿਕ ਜਿਹੜਾ ਮਾਰਗ ਆ, ਇਹ ਤਰਕ ਦਾ ਵਿਸ਼ਾ ਨਹੀਂ ਹੈਗਾ। ਇਹ ਪ੍ਰੈਕਟੀਕਲ ਕਰਨ ਦਾ ਹੈਗਾ। ਅਨੁਭਵ ਕਰੋ, ਪ੍ਰੈਕਟੀਕਲ ਕਰੋ, ਆਪਣੇ ਅੰਦਰ ਪਰਮਾਤਮਾ ਦੀ ਖੋਜ ਕਰੋ। ਮੱਤ ਵਿੱਚ ਰਤਨ ਜਵਾਹਰ ਮੰਨ ਕੇ ਬਾਹਰ ਨਹੀਂ ਮਿਲਣੇ, ਅੰਦਰ ਹੀ ਮਿਲਣੇ ਤੁਹਾਡੇ। ਇਹ ਆਨੰਦ ਪਿਆ ਮੇਰੀ ਮਾਏ ਨੇ ਸਤਿਗੁਰੂ ਮੇ ਪਾਇਆ, ਹੈ ਨਾ। ਸਤਿਗੁਰੂ ਦਾ ਪਾਇਆ ਸਾਹਿਬ ਸਿੱਧੀ ਮਨ ਵੱਜੀਆਂ ਵਧਾਈਆਂ, ਵਧਾਈਆਂ ਮਿਲਣ ਲੱਗੀਆਂ। ਇਹ ਬਾਹਰ ਦੀ ਵਡਾਈ ਨਹੀਂ, ਅੰਦਰ ਦੀਆਂ ਹੈਗੀਆਂ। ਪਰਮਾਤਮਾ ਨੂੰ ਜਿਹਨੇ ਪਾ ਲਿਆ, ਜਿਹਨੇ ਜਾਣ ਲਿਆ, ਉਹਨੂੰ ਵਧਾਈਆਂ ਹੀ ਵਧਾਈਆਂ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਉਹਨੂੰ। ਇਹ ਬਾਹਰ ਦੇ ਰੋਲੇ ਨਹੀਂ ਹੈਗੇ, ਇਹ ਅੰਦਰ ਦੇ ਆ ਸਾਰਾ ਕੁਛ। ਅਸੀਂ ਉਸ ਨੂੰ ਸੱਚ ਜਾਣਨ ਦੇ ਲਈ, ਉਸ ਪਰਮਾਤਮਾ ਨੂੰ ਜਾਣਨ ਦੇ ਲਈ ਸਾਨੂੰ ਬੰਦਗੀ ਕਰਨੀ ਪੈਣੀ, ਸਾਨੂੰ ਭਗਤੀ ਕਰਨੀ ਪੈਣੀ ਹੈ, ਗੁਰੂ ਵਾਲੇ ਬਣਨਾ ਪੈਣਾ ਹੈ। ਜੇ ਉਹ ਪਰਮਾਤਮਾ ਕਹਿੰਦੇ ਨਿਰਾਕਾਰ ਆ, ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਆਕਾਰ ਨਹੀਂ ਹੈਗਾ, ਫਿਰ ਉਸ ਨੂੰ ਮੰਨਾਂਗੇ ਕਿੱਦਾਂ, ਉਸ ਨੂੰ ਜਾਣਾਂਗੇ ਕਿੱਦਾਂ, ਉਹਨੂੰ ਪਹਿਚਾਨਾਂਗੇ ਕਿੱਦਾਂ। ਤਾਂ ਪਰਮਾਤਮਾ ਨੇ ਗੁਰੂ ਨੂੰ ਸਭ ਤੋਂ ਵੱਡਾ ਅਹੁਦਾ ਦਿੱਤਾ ਆ। ਗੁਰੂ ਦੇ ਰੂਪ ਵਿੱਚ ਹੀ ਅਸੀਂ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ, ਉਹਨੂੰ ਮਿਲਦੇ ਹਾਂ। ਆਪ ਖੁਦ ਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਕਿਹਾ ਕਿ ਸਤਯੁਗ ਵਿੱਚ ਵੀ ਮੈਂ ਹੀ ਆਇਆ ਸੀ, ਹਨਾ, ਤ੍ਰੇਤਾ ਵਿੱਚ ਵੀ ਮੈਂ ਹੀ ਆਇਆ ਸੀ, ਦੁਆਪਰ ਵਿੱਚ ਵੀ ਮੈਂ ਹੀ ਆਇਆ ਸੀ, ਹਨਾ, ਤੇ ਕਲਯੁਗ ਵਿੱਚ ਵੀ ਮੈਂ ਹੀ ਆਇਆ। ਆਪ ਖੁਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਆ। ਅਸੀਂ ਸਿਰਫ ਮੂਰਖ ਲੋਕ, ਮਨਮੁਖ ਲੋਕ ਕੀ ਕਹਿ ਰਹੇ ਆ, ਹੈ ਨਾ, ਕਿ ਕ੍ਰਿਸ਼ਨ ਮਹਾਰਾਜ ਅਸ਼ਟਮੀ ਆਈ ਤੇ ਭਗਵਾਨ ਨੇ ਜਨਮ ਲਿੱਤਾ, ਹੈ ਨਾ, ਭਗਵਾਨ ਨੇ ਜਨਮ ਲਿੱਤਾ। ਪਰ ਭਗਵਾਨ ਦਾ, ਉਸ ਪਰਮਾਤਮਾ ਦਾ ਕਹਿੰਦੇ ਕੋਈ ਰੰਗ ਨਹੀਂ, ਆਕਾਰ ਨਹੀਂ ਹੈਗਾ, ਉਹ ਕੋਈ ਮਰਦਾ ਨਹੀਂ, ਕਦੇ ਜੰਮਦਾ ਨਹੀਂ ਹੈਗਾ, ਹੈ ਨਾ। ਕਹਿੰਦੇ ਉਹ ਭਗਵਾਨ ਨੇ ਜਨਮ ਲੈ ਲਿਆ ਤੇ ਇਸ ਕਰਕੇ ਉਹ ਭਗਵਾਨ ਨਹੀਂ ਹੈਗਾ, ਉਹ ਪਰਮਾਤਮਾ ਨਹੀਂ ਹੈਗਾ। ਅਸੀਂ ਉਹਦੀ ਉਸਤਤ ਨਹੀਂ ਕਰਨੀ ਹੈਗੀ। ਪਰ ਖੁਦ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਕਹਿ ਰਿਹਾ ਕਿ ਮੈਂ ਹੀ ਕਲਯੁਗ ਸਤਯੁਗ ਵਿੱਚ ਆਇਆ ਸੀ, ਮੈਂ ਹੀ ਤ੍ਰੇਤਾ ਦੇ ਵਿੱਚ ਰਾਮ ਬਣ ਕੇ ਆਇਆ ਹੈ, ਮੈਂ ਹੀ ਦੁਆਪਰ ਵਿੱਚ ਕ੍ਰਿਸ਼ਨ ਬਣ ਕੇ ਆਇਆ, ਹੈ ਨਾ, ਤੇ ਮੈਂ ਹੀ ਕਲਯੁਗ ਦੇ ਵਿੱਚ ਨਾਨਕ, ਹੈ ਨਾ, ਅੰਗਦ, ਹੈ ਨਾ,
ਰਾਮਦਾਸੇ ਬਣ ਕੇ ਆਇਆ, ਸਭ ਕੁਝ ਸਾਫ਼-ਸਾਫ਼ ਗੁਰੂ ਸਾਹਿਬ ਨੇ ਲਿਖਿਆ ਹੋਇਆ। ਫਿਰ ਅਸੀਂ ਉਹਦੀ ਉਪਮਾ ਕਰਨ ਤੋਂ, ਉਹਦੀ ਮਹਿਮਾ ਦਾ ਗੁਣਗਾਨ ਕਰਨ ਤੋਂ ਕਿਉਂ ਡਰਦੇ ਪਏ ਆ? ਜੋ ਸ਼ਬਦ ਨਾਲ ਹੀ ਧਰਤੀ, ਸ਼ਬਦ ਨਾਲ ਹੀ ਆਕਾਸ਼, ਸ਼ਬਦ ਨਾਲ ਹੀ ਸਭ ਕੁਝ ਬਣਿਆ, ਖੰਡ ਬ੍ਰਹਮੰਡ ਜੋ ਵੀ ਸਭ ਕੁਝ ਸ਼ਬਦ ਨਾਲ ਹੀ ਬਣੇ ਆ। ਉਦੋਂ ਕਿਹੜਾ ਸ਼ਬਦ ਸੀ? ਓਮ ਸ਼ਬਦ ਸੀ। ਓਮ ਸ਼ਬਦ ਨਾਲ ਹੀ ਸਭ ਕੁਝ ਬਣਿਆ ਆ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ, ਇਹਨਾਂ ਨੇ ਇੱਕ ਓਂਕਾਰ ਕਰ ਦਿੱਤਾ। ਓਂਕਾਰ ਦੇ ਅੱਗੇ ਏਕਾ ਲਗਾ ਦਿੱਤਾ, ਹੈ ਨਾ, ਇੱਕ ਓਂਕਾਰ ਕਰ ਦਿੱਤਾ। ਪਰ ਅਸੀਂ ਲੋਕ ਸਿਰਫ ਲਕੀਰ ਦੇ ਫਕੀਰ ਬਣ ਕੇ ਰਹਿ ਗਏ, ਉੱਥੇ ਤੱਕ ਸੀਮਿਤ ਰਹਿ ਗਏ ਹਾਂ। ਅਸੀਂ ਦੂਜਿਆਂ ਦੀ, ਸੰਤਾ ਮਹਾਂਪੁਰਸ਼ਾਂ ਫਕੀਰਾਂ ਦੀ ਨਿੰਦਿਆ ਤੱਕ ਹੀ ਰਹਿ ਗਏ ਹਾਂ। ਗੁਰੂ ਸਾਹਿਬ ਤਾਂ ਸਾਨੂੰ ਕੋਈ ਸਿੱਖਿਆ ਹੋਰ ਦੇ ਰਹੇ ਸੀ, ਪਰ ਅਸੀਂ ਕੁਝ ਹੋਰ ਹੀ ਬਣਾ ਬੈਠੇ ਹਾਂ। ਗੁਰੂ ਸਾਹਿਬ ਨੇ ਜਾਤਾਂ ਪਾਤਾਂ ਦਾ ਖੰਡਨ ਕੀਤਾ ਸੀ ਕਿ ਅਸੀਂ ਇੱਕੋ ਹੀ ਸਾਰੇ ਪਿਤਾ ਪਰਮੇਸ਼ਰ ਦੇ ਬੱਚੇ ਹਾਂ, ਪਰ ਉਹ ਜਾਤ ਪਾਤ ਦਾ ਕੋਡ ਅੱਜ ਵੀ ਤੁਹਾਡੇ ਸਮਾਜ ਵਿੱਚ ਖਤਮ ਨਹੀਂ ਹੋ ਸਕਿਆ। ਅੱਜ ਵੀ ਉਹ ਜਾਤ ਪਾਤ ਦਾ ਕੋਡ ਸਭ ਨੂੰ ਚਿੰਬੜਿਆ ਹੋਇਆ। ਅਸੀਂ ਕਿੰਨਾ ਵੀ ਗੁਰੂ ਮਹਾਰਾਜ ਦਾ ਅਸੀਂ ਕਹਿਣਾ ਮੰਨਿਆ ਹੋਇਆ। ਜਿੰਨੇ ਵੀ ਸੰਸਾਰ ਦੇ ਵਿੱਚ, ਇਸ ਧਰਤੀ ਤੇ ਸੰਤ ਮਹਾਂਪੁਰਸ਼ ਫਕੀਰ ਗੁਰੂ ਮਹਾਰਾਜ ਆਏ, ਸਭ ਨੇ ਕਿਸੇ ਨਾ ਕਿਸੇ ਕੁੱਖੋਂ ਵਿੱਚੋਂ ਜਨਮ ਲਿੱਤਾ ਆ। ਸਾਰਿਆਂ ਨੇ ਇੱਥੇ ਆ ਕੇ ਅਵਤਾਰ ਲਿੱਤਾ ਆ, ਚਾਹੇ ਕੋਈ ਰਾਮ ਆ, ਚਾਹੇ ਕ੍ਰਿਸ਼ਨ ਆ, ਚਾਹੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆ, ਚਾਹੇ ਦਸੇ ਪਾਤਸ਼ਾਹੀਆਂ, ਚਾਹੇ ਗੁਰੂ ਰਵਿਦਾਸ ਮਹਾਰਾਜ ਆ, ਚਾਹੇ ਕਬੀਰ ਸਾਹਿਬ ਆ, ਚਾਹੇ ਬਾਬਾ ਨਾਮਦੇਵ ਜੀ ਆ। ਸਾਰਿਆਂ ਨੇ ਕਿਤੇ ਨਾ ਕਿਤੇ ਮਾਂ ਦੇ ਕੁੱਖੋਂ ਜਨਮ ਲਿੱਤਾ ਆ। ਸਾਰਿਆਂ ਨੇ ਅਵਤਾਰ ਲਿੱਤਾ ਆ। ਸੱਚ ਤੁਹਾਡੇ ਸਾਹਮਣੇ ਆ, ਫਿਰ ਵੀ ਸੱਚ ਨੂੰ ਤੁਸੀਂ ਕਬੂਲ ਨਹੀਂ ਕਰਦੇ ਪਏ। ਸਭ ਦਾ ਸ੍ਰਿਸ਼ਟੀ ਦਾ ਨਿਯਮ ਹੈਗਾ, ਸਭ ਦਾ ਆਉਣ ਦਾ ਰਸਤਾ ਵੀ ਉਹੀ ਆ, ਜਾਣ ਦਾ ਰਸਤਾ ਵੀ ਉਹੀ ਆ। ਜਿਹੜਾ ਸੰਸਾਰ ਵਿੱਚ ਆਇਆ, ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਆ। ਪਰਮਾਤਮਾ ਨੇ ਵੀ, ਉਸ ਰੱਬ ਨੇ, ਅੱਲਾ ਵਾਹਿਗੁਰੂ ਨੇ ਵੀ ਆਪਣੀ ਪਹਿਚਾਣ ਦੇਣ ਦੇ ਲਈ ਇਹ ਇਨਸਾਨੀ ਜਾਮਾ ਲੈਣਾ ਪਿਆ। ਲੋਕਾਂ ਦਾ ਉਧਾਰ ਕਰਨ ਵਾਸਤੇ ਕਿਸੇ ਨਾ ਕਿਸੇ ਰੂਪ ਵਿੱਚ ਸਮੇਂ-ਸਮੇਂ ਤੇ ਗੁਰੂ ਮਹਾਰਾਜ, ਸੰਤ ਮਹਾਂਪੁਰਸ਼ ਫਕੀਰ ਆਉਂਦੇ ਰਹਿੰਦੇ ਆ, ਔਰ ਇਹਨਾਂ ਆਉਂਦੇ ਰਹਿੰਦੇ ਔਰ ਆਪਣਾ ਹੋਕਾ ਦੇ ਕੇ, ਨਾਮ ਦਾ ਹੋਕਾ ਦੇ ਕੇ ਸਮੇਂ ਨਾਲ ਆਪਣੇ ਜਾਂਦੇ ਰਹਿਣਾ ਹੈ। ਇਹ ਗੇੜਾ ਕਦੇ ਖਤਮ ਨਹੀਂ ਹੋਣਾ ਜਦ ਤੱਕ ਇਹ ਸ੍ਰਿਸ਼ਟੀ ਆ, ਜਦ ਤੱਕ ਇਹ ਸੰਸਾਰ ਆ। ਅਸੀਂ ਗੁਰੂ ਵਾਲੇ ਵੀ ਬਣ ਜਾਂਦੇ ਆ, ਹਨਾ, ਗੁਰੂ ਤੋਂ ਨਾਮ ਸ਼ਬਦ ਵੀ ਲੈ ਲੈਂਦੇ ਆ, ਹਨਾ। ਕੋਈ ਕਿਸੇ ਸੰਤ ਨਾਲ ਜੁੜਿਆ, ਕੋਈ ਕਿਸੇ ਫਕੀਰ ਨਾਲ ਜੁੜਿਆ, ਕੋਈ ਕਿਸੇ ਗੁਰੂ ਨਾਲ ਜੁੜਿਆ, ਹਨਾ। ਪਰ ਅਸੀਂ ਸਿਰਫ ਨਾਮਦਾਨ ਲੈਣ ਤੱਕ ਹੀ, ਹਨਾ, ਅੰਮ੍ਰਿਤ ਛਕਣ ਤੱਕ ਹੀ ਮਤਲਬ ਰੱਖਦੇ ਹਾਂ। ਇਹੋ ਜਿਹੇ ਸਮਾਜ ਦੇ ਵਿੱਚ ਅਸੀਂ ਘੁੰਮਦੇ ਹਾਂ, ਫਿਰਦੇ ਹਾਂ, ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ, ਹਨਾ। ਲੋਕ ਅੰਮ੍ਰਿਤ ਵੇਲਾ ਹੀ ਨਹੀਂ ਸੰਭਾਲਦੇ। 5 ਬਾਣੀਆਂ ਦੇ ਨਿਤਨੇਮ ਵੀ ਕਰਦੇ, ਬੜਾ ਔਖੇ ਹੋ ਕੇ ਕਰਦੇ ਨੇ। ਉਹ ਤੋਂ ਸਿਮਰਨ ਦਾ ਅਭਿਆਸ ਵੀ ਨਹੀਂ ਕੋਈ ਕਰਦਾ। ਕਹਿੰਦੇ ਸਾਨੂੰ ਨੀਂਦ ਬਹੁਤ ਆਉਂਦੀ ਹੈ ਜੀ। ਅਸੀਂ ਭਗਤੀ ਨਹੀਂ ਕਰਾਂਗੇ, ਅਸੀਂ ਬੰਦਗੀ ਨਹੀਂ ਕਰਾਂਗੇ, ਨਾਮ ਨਹੀਂ ਜਪਾਂਗੇ, ਅਸੀਂ ਸੱਚ ਨੂੰ ਕਿੱਦਾਂ ਸਮਝ ਸਕਦੇ ਹਾਂ? ਉਸ ਪ੍ਰਮਾਤਮਾ ਨੂੰ ਅਸੀਂ ਕਿੱਦਾਂ ਜਾਣ ਸਕਦੇ ਹਾਂ? ਜਦ ਤੱਕ ਅਸੀਂ ਭਗਤੀ ਨਹੀਂ ਕਰਾਂਗੇ, ਬੰਦਗੀ ਨਹੀਂ ਕਰਾਂਗੇ, ਨਾਮ ਨਹੀਂ ਜਪਾਂਗੇ, ਅਸੀਂ ਉਸ ਨੂੰ, ਸੱਚ ਨੂੰ ਕਿੱਦਾਂ ਜਾਣਾਂਗੇ? ਅਸੀਂ ਉਸ ਰੱਬ ਨੂੰ ਪਹਿਚਾਨਾਂਗੇ ਕਿੱਦਾਂ? ਉਸ ਆਨੰਦ ਨੂੰ ਕਿੱਦਾਂ ਪ੍ਰਾਪਤ ਕਰਾਂਗੇ? ਹੈ ਪਰਮਾਤਮਾ ਇੱਕ ਆ, ਉਹਦੇ ਨਾਮ ਬੜੇ ਅਨੇਕ ਨੇ, ਲੱਖਾਂ ਕਰੋੜਾਂ ਹੀ ਉਹਦੇ ਨਾਮ ਨੇ। ਹੈ ਉਹ ਪਰਮਾਤਮਾ ਇੱਕੋ ਹੀ ਆ। ਰਾਮ ਵੀ ਉਹੀ ਆ, ਕ੍ਰਿਸ਼ਨ ਵੀ ਉਹੀ ਆ। ਖੁਦ ਪਰਮਾਤਮਾ, ਰਾਮ ਵੀ ਖੁਦ ਪਰਮਾਤਮਾ ਆ, ਕ੍ਰਿਸ਼ਨ ਭਗਵਾਨ ਵੀ ਖੁਦ ਪਰਮਾਤਮਾ ਆ, ਗੁਰੂ ਨਾਨਕ ਦੇਵ ਜੀ ਵੀ ਖੁਦ ਪਰਮਾਤਮਾ ਆ, ਦਸੇ ਪਾਤਸ਼ਾਹ ਵੀ ਖੁਦ ਪਰਮਾਤਮਾ ਆ, ਗੁਰੂ ਰਵਿਦਾਸ ਮਹਾਰਾਜ ਜੀ ਵੀ ਖੁਦ ਪਰਮਾਤਮਾ ਆ, ਭਗਤ ਕਬੀਰ ਜੀ ਵੀ ਖੁਦ ਪਰਮਾਤਮਾ ਹੀ ਆ, ਬਾਬਾ ਨਾਮਦੇਵ ਵੀ ਖੁਦ ਪਰਮਾਤਮਾ ਹੀ ਆ। ਅਸੀਂ ਕਿਹੜੇ ਭੁਲੇਖਿਆਂ 'ਚ ਘੁੰਮੀ ਜਾਂਦੇ ਆ? ਸੱਚ ਸਾਹਮਣੇ ਦਿਖਦਾ ਫੇਰ ਵੀ ਅਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰੀ ਜਾ ਰਹੇ ਹਾਂ। ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਅਸੀਂ ਸਾਰੇ ਉਸੇ ਇੱਕੋ ਹੀ ਪਿਤਾ ਪਰਮੇਸ਼ਰ ਦੇ ਬੱਚੇ ਆ, ਇੱਕੋ ਹੀ ਪਰਮਾਤਮਾ ਅੱਲਾ ਵਾਹਿਗੁਰੂ ਦੇ ਬੱਚੇ ਆ। ਪਰਮਾਤਮਾ ਦੋ ਨਹੀਂ ਹੈਗੇ, ਇੱਕੋ ਹੀ ਆ।
ਜਿਹੜੇ ਗੁਰੂ ਹੁੰਦੇ ਨੇ, ਸੰਤ ਮਹਾਂਪੁਰਸ਼ ਹੁੰਦੇ, ਫਕੀਰ ਹੁੰਦੇ ਨੇ, ਇਹਨਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਹੈ। ਇਹ ਸਭ ਦੇ ਸਾਂਝੇ ਹੁੰਦੇ ਨੇ। ਉਹ ਗੁਰੂ ਨਹੀਂ ਜਿਹੜਾ ਇੱਕ ਧਰਮ ਦਾ ਹੋਵੇ, ਗੁਰੂ ਉਹ ਜਿਹੜਾ ਸਭ ਦਾ ਹੋਵੇ। ਜਿਹੜੇ ਗੁਰੂ ਮਹਾਰਾਜ ਹੁੰਦੇ ਨੇ, ਸੰਤ ਮਹਾਂਪੁਰਸ਼, ਫਕੀਰ ਹੁੰਦੇ, ਸਭ ਦੇ ਸਾਂਝੇ ਹੁੰਦੇ ਨੇ। ਇਹ ਚੋਰਾਂ ਦੇ ਵੀ ਨੇ, ਸਾਧੂਆਂ ਦੇ ਵੀ ਨੇ, ਅਮੀਰਾਂ ਦੇ ਵੀ ਨੇ, ਗਰੀਬਾਂ ਦੇ ਵੀ ਨੇ, ਉੱਚਿਆਂ ਦੇ ਵੀ ਹੈ, ਨੀਵਿਆਂ ਦੇ ਵੀ ਇਹ ਆ। ਇਹ ਸਭ ਦੇ ਜਿਹੜਾ ਸਭ ਦਾ ਗੁਰੂ ਆ, ਉਹੀ ਗੁਰੂ ਹੁੰਦਾ ਆ। ਉਹ ਖੁਦਾ ਨਹੀਂ ਜੋ ਇਧਰ ਹੈ ਉਧਰ ਨਹੀਂ। ਪਰਮਾਤਮਾ ਕਣ ਕਣ ਵਿੱਚ ਵਿਰਾਜਮਾਨ ਆ, ਕਣ ਕਣ ਹੀ ਪਰਮਾਤਮਾ ਆ। 84 ਲੱਖ ਜੋਨੀਆਂ ਤੋਂ ਬਾਅਦ ਇਹ ਲਾਸਟ ਪੌੜੀ ਆ, ਇਨਸਾਨੀ ਜਾਮਾ। ਇਸੀ ਜਾਮੇ ਵਿੱਚ ਪਰਮਾਤਮਾ ਨੂੰ ਪਾਇਆ ਜਾ ਸਕਦਾ, ਇਸੀ ਜਾਮੇ ਵਿੱਚ ਪਰਮਾਤਮਾ ਨੂੰ ਦੇਖਿਆ ਜਾ ਸਕਦਾ, ਇਸੀ ਜਾਮੇ ਵਿੱਚ ਭਗਤੀ ਕੀਤੀ ਜਾ ਸਕਦੀ ਹੈ, ਇਸੀ ਜਾਮੇ ਵਿੱਚ ਬੰਦਗੀ ਕੀਤੀ ਜਾ ਸਕਦੀ ਆ। ਅਗਰ ਪਰਮਾਤਮਾ ਨੂੰ ਕੋਈ ਮਿਲਣ ਦਾ ਰਾਸਤਾ ਵੀ ਹੈਗਾ, ਉਹ ਵੀ ਸਾਡੇ ਅੰਦਰ ਆ। ਇਹ ਸਰੀਰ ਹਰੀ ਦਾ ਮੰਦਰ ਆ, ਇਸ ਨੂੰ ਹਰੀ ਦਾ ਮੰਦਰ ਕਿਹਾ ਗਿਆ, ਇਸ ਨੂੰ ਹਰੀ ਦਾ ਮੰਦਰ ਕਿਹਾ ਗਿਆ। ਜੋ ਬਰਮੰਡੇ ਸੋਈ ਪਿੰਡੇ, ਬਾਹਰ ਭਰਮ ਭਲਾਇਆ। ਇਹਨਾਂ ਅੱਖਾਂ ਨਾਲ ਅਸੀਂ ਜੋ ਵੀ ਦੇਖਦੇ ਪਏ ਆ, ਸਭ ਨਾਸ਼ਵਾਨ ਆ, ਸਭ ਖਤਮ ਹੋਣ ਵਾਲਾ ਆ। ਪਰਮਾਤਮਾ ਨੂੰ ਦੇਖਣ ਦੇ ਲਈ ਸਾਨੂੰ ਅੰਦਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਆ। ਪਰਮਾਤਮਾ ਦੀ ਆਵਾਜ਼ ਸੁਣਨ ਲਈ ਸਾਨੂੰ ਬਾਹਰ ਦੇ ਕੰਨ ਬੰਦ ਕਰਨੇ ਪੈਣੇ ਆ। ਸਾਨੂੰ ਉਹਦੀ ਆਵਾਜ਼ ਸੁਣਨ ਦੇ ਲਈ ਸਾਨੂੰ ਇਹ ਮੂੰਹ ਬੰਦ ਕਰਨਾ ਪੈਣਾ ਆ। ਜਦ ਤੱਕ ਸਾਡੇ ਬਾਹਰ ਦੇ ਦਰਵਾਜ਼ੇ ਇਹ ਬੰਦ ਨੇ, ਤਦ ਤੱਕ 10ਵਾਂ ਦਰਵਾਜ਼ਾ ਜਿਹੜਾ ਅੰਦਰ ਦਰਵਾਜ਼ਾ ਨਹੀਂ ਖੋਲ ਸਕਦਾ। ਤੁਸੀਂ ਇੰਨੀ ਭਗਤੀ ਕਰਕੇ, ਇੰਨੀ ਬੰਦਗੀ ਕਰਕੇ, ਇੰਨੀ ਗੁਰੂਆਂ ਦੇ ਨਾਲ ਚੰਨਣ ਨਾਲ ਲੱਗ ਕੇ, ਹਨਾ, ਗੁਰੂ ਵਾਲੇ ਬਣ ਕੇ, ਤੇ ਤੁਹਾਡੇ ਅੰਦਰ ਦਇਆ ਨਹੀਂ ਆਈ, ਜੇ ਤੁਹਾਡੇ ਅੰਦਰ ਨਿਮਰਤਾ ਨਹੀਂ ਆਈ, ਤੁਸੀਂ ਇੱਕ ਦੀ ਪਹਿਚਾਣ ਹੀ ਨਹੀਂ ਕੀਤੀ, ਤਾਂ ਇਹ ਤੋਂ ਮਾੜਾ ਕੀ ਹੋ ਸਕਦਾ ਹੈ। ਜਿਹੜੇ ਗੁਰਮੁਖ ਬੰਦੇ ਨੇ, ਅਸੀਂ ਪੜ੍ਹ ਲਿਖ ਕੇ, ਹਨਾ, ਧਰਮਾਂ ਦੇ ਆਪਣੇ ਗ੍ਰੰਥਾਂ ਨੂੰ ਪੜ੍ਹ ਲਿਖ ਕੇ ਅਸੀਂ ਗੁਰਮੁਖ ਬਣਨਾ ਸੀ, ਪਰ ਅਸੀਂ ਵਿਦਵਾਨ ਬਣ ਬੈਠੇ। ਜਿਹੜਾ ਗੁਰਮੁਖ ਬੰਦਾ ਹੁੰਦਾ ਆ, ਉਹ ਸਾਰਿਆਂ ਨਾਲ ਪ੍ਰੇਮ ਕਰਦਾ ਆ, ਸਾਰਿਆਂ ਨਾਲ ਸਤਿਕਾਰ ਕਰਦਾ ਆ, ਗੁਰੂ ਦੀ ਰਜ਼ਾ ਵਿੱਚ ਰਹਿੰਦਾ ਆ, ਉਸ ਪ੍ਰਮਾਤਮਾ ਦੀ ਮੌਜ ਵਿੱਚ ਰਹਿੰਦਾ ਆ। ਉਹ ਹਰ ਸਮੇਂ ਕਹਿੰਦਾ ਤੇਰਾ ਪਾਣਾ ਮਿੱਠਾ ਲਾਗੇ, ਹਰ ਵੇਲੇ ਕਹਿੰਦਾ ਸ਼ੁਕਰ ਹੈ ਮਾਲਕਾ, ਸ਼ੁਕਰ ਹੈ ਮਾਲਕਾ, ਸ਼ੁਕਰ ਹੈ ਮਾਲਕਾ। ਜਿਹੜੇ ਮਨਮੁਖ ਲੋਕ ਹੁੰਦੇ ਨੇ, ਉਹ ਮਰਿਆਦਾ ਵਿੱਚ ਹੁੰਦੇ ਨੇ। ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਹੈ ਨਾ, ਇਹਨੂੰ ਨਹੀਂ ਮੰਨਣਾ, ਉਹਨੂੰ ਨਹੀਂ ਮੰਨਣਾ। ਇਹ ਮਨਮੁਖ ਲੋਕ ਨੇ, ਇਹ ਮਨਮੁਖ ਲੋਕਾਂ ਦੇ ਸੌਦੇ ਨੇ। ਇਹ ਮਨਮੁਖ ਲੋਕ, ਜਿਹਦਾ ਪਿੰਜਰੇ ਇੱਕ ਪੰਛੀ ਬੈਠਾ ਹੁੰਦਾ ਨਾ, ਪਿੰਜਰੇ ਵਿੱਚ ਕੈਦ ਹੁੰਦਾ, ਉਹਦੀ ਉਡਾਨ ਉਨੀ ਕੁ ਹੁੰਦੀ ਆ। ਜਿਹੜਾ ਪਿੰਜਰੇ ਤੋਂ ਬਾਹਰ ਪੰਛੀ ਹੁੰਦਾ, ਉਹ 7 ਸਮੁੰਦਰਾਂ ਪਾਰ ਵੀ ਚਲੇ ਜਾਂਦਾ, ਅਸਮਾਨਾਂ ਵਿੱਚ ਵੀ ਉੱਡਦਾ ਆ। ਜਿਹੜੇ ਅਸਮਾਨਾਂ ਵਿੱਚ ਉੱਡਦੇ ਨੇ, 7 ਸਮੁੰਦਰੋਂ ਪਾ ਜਾਂਦੇ, ਉਹਨੂੰ ਕਹਿੰਦੇ ਗੁਰਮੁਖ ਬੰਦੇ, ਗੁਰਮੁਖ ਪਿਆਰੇ, ਭਗਤ ਪਿਆਰੇ, ਗੁਰੂ ਦੇ ਪਿਆਰੇ, ਪਰਮਾਤਮਾ ਦੇ ਪਿਆਰੇ। ਜਿਹੜੇ ਪਿੰਜਰੇ ਵਿੱਚ ਕੈਦ ਹੁੰਦੇ ਨੇ, ਜਿਨ੍ਹਾਂ ਦੀ ਮਰਿਆਦਾ ਹੀ ਹੁੰਦੀ ਹੈ ਕਿ ਇਸ ਤੋਂ ਬਾਹਰ ਜਾਣਾ ਹੀ ਨਹੀਂ ਹੈਗਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ, ਇਹਨੂੰ ਨਹੀਂ ਮੰਨਣਾ, ਉਹ ਨਹੀਂ ਮੰਨਣਾ। ਇਹ ਮਨਮੁਖ ਲੋਕ ਹੁੰਦੇ, ਸਿਰਫ ਪਿੰਜਰੇ 'ਚ ਕੈਦ ਹੁੰਦੇ ਨੇ, ਇਹਨਾਂ ਦੀ ਮਰਿਆਦਾ ਵਿੱਚ ਹੁੰਦੇ ਸਿਰਫ। ਅਸੀਂ ਇੱਕ ਨੂੰ ਕਿਉਂ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ? ਕਿਉਂ ਦੁਨੀਆ ਨੂੰ ਉਲਝਾਈ ਜਾ ਰਹੇ ਹਾਂ? ਕਿਉਂ ਨਹੀਂ ਅਸੀਂ ਸੱਚ ਨੂੰ ਕਬੂਲ ਕਰਦੇ? ਕਿਉਂਕਿ ਸੱਚ ਦੀ ਕੀਮਤ ਆ, ਸੱਚ ਦਾ ਮੁੱਲ ਆ। ਇਸ ਕਰਕੇ ਦੁਨੀਆ ਨੂੰ ਖਰੀਦਦੀ ਨਹੀਂ ਪਈ, ਦੁਨੀਆ ਸੱਚ ਨੂੰ ਲੈਂਦੀ ਨਹੀਂ ਪਈ। ਝੂਠ ਫ੍ਰੀ ਮਿਲਦਾ ਆ, ਦੁਨੀਆ ਝੂਠ ਨੂੰ ਖਰੀਦੀ ਜਾ ਰਹੀ ਆ, ਝੂਠ ਨੂੰ ਹੀ ਅਪਣਾਈ ਜਾ ਰਹੀ ਆ। ਇੱਕ ਪਾਸੇ ਕਹਿੰਦੇ ਆ ਕਿ ਪਰਮਾਤਮਾ ਇੱਕੋ ਆ। ਜੇ ਇੱਕੋ ਆ ਤੇ ਫਿਰ ਰੋਲੇ ਕਾਹਦੇ ਆ? ਜੇ ਉਹ ਅੰਦਰ ਹੈਗਾ ਤੇ ਬਾਹਰ ਕੌਣ ਆ? ਅਸੀਂ ਸਭ ਕਹਿੰਦੇ ਨਾ ਪਰਮਾਤਮਾ ਅੰਦਰ ਆ। ਜੇ ਅੰਦਰ ਆ ਤੇ ਬਾਹਰ ਕੌਣ ਆ? ਫਿਰ ਬਾਹਰ ਕਿਸ ਨੂੰ ਲੱਭਦੇ ਪਏ ਆ? ਅਸੀਂ ਬਾਹਰ ਕਿਹਨੂੰ ਅਸੀਂ ਦੇਖਦੇ ਪਏ ਆ? ਜੇ ਸਾਨੂੰ ਅੰਦਰ ਹੀ ਪਰਮਾਤਮਾ ਦੇਖਿਆ, ਹਨਾ, ਅਸੀਂ ਬਾਹਰ ਕਿੱਦਾਂ ਦੇਖ ਲਵਾਂਗੇ?
ਜੇ ਅੰਦਰ ਪ੍ਰਮਾਤਮਾ ਦੇਖਿਆ ਹੁੰਦਾ, ਅੱਜ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਸਾਡੇ ਨੇ ਲੜਾਈ ਝਗੜੇ ਨਾ ਹੁੰਦੇ। ਅੱਜ ਰਾਮ ਦੀ ਗੱਲ ਆਉਂਦੀ ਆ, ਰਾਮ ਭਗਵਾਨ ਦੀ ਗੱਲ ਆਉਂਦੀ ਆ, ਤੇ ਕਹਿੰਦੇ ਇਹ ਰਾਮ ਨਹੀਂ, ਇਹ ਉਹ ਕੋਈ ਹੋਰ ਰਾਮ ਆ। ਜੇ ਅੱਜ ਕ੍ਰਿਸ਼ਨ ਮਹਾਰਾਜ ਦੀ ਗੱਲ ਆਉਂਦੀ ਪਈ ਆ, ਹਨਾ, ਤਾਂ ਇਹ ਕਹਿੰਦੇ ਮੁਰਲੀ ਦੀ ਗੱਲ ਆਉਂਦੀ ਪਈ ਆ, ਕ੍ਰਿਸ਼ਨ ਮਹਾਰਾਜ ਦੀ ਗੱਲ ਆਉਂਦੀ ਹੈ, ਕਹਿੰਦੇ ਇਹ ਕ੍ਰਿਸ਼ਨ ਨਹੀਂ, ਕ੍ਰਿਸ਼ਨ ਉਹ ਪਰਮਾਤਮਾ ਦਾ ਨਾਮ ਆ, ਉਹ ਕਹਿੰਦੇ ਆ। ਜੇ ਸ਼ਿਵ ਦੀ ਗੱਲ ਆਉਂਦੀ ਹੈ, ਸ਼ਿਵ ਇਹ ਨਹੀਂ, ਸ਼ਿਵ ਉਹ ਪਰਮਾਤਮਾ ਦਾ ਨਾਮ ਸ਼ਿਵ ਆ। ਇੱਕ ਪਾਸੇ ਸੱਚ ਵੀ ਬੋਲੀ ਜਾਂਦੇ ਆ, ਫਿਰ ਸੱਚ ਨੂੰ ਕਬੂਲ ਵੀ ਨਹੀਂ ਕਰਦੇ ਪਏ। ਅੱਜ ਅਸੀਂ ਦੀਵਾਲੀ ਮਨਾਉਂਦੇ ਹਾਂ, ਰਾਮ ਨੌਮੀ ਮਨਾਉਂਦੇ ਹਾਂ, ਇੰਨੇ ਤਿਉਹਾਰ ਅਸੀਂ ਮਨਾਉਂਦੇ ਹਾਂ। ਪੂਰਾ ਯੁੱਗ, ਤ੍ਰੇਤਾ ਯੁੱਗ, ਰਾਮ ਦੇ ਨਾਂ ਤੇ ਪੂਰਾ ਯੁੱਗ ਬੀਤ ਗਿਆ। ਅੱਜ ਜਦੋਂ ਵੀ ਤ੍ਰੇਤਾ ਯੁੱਗ ਦੀ ਗੱਲ ਹੁੰਦੀ ਆ, ਰਾਮ ਭਗਵਾਨ ਨੂੰ ਯਾਦ ਕੀਤਾ ਜਾਂਦਾ ਆ। ਫਿਰ ਅਸੀਂ ਉਸ ਰਾਮ ਨੂੰ ਭਗਵਾਨ ਹੀ ਨਹੀਂ ਮੰਨਦੇ ਪਏ। ਅੱਜ ਕਹੇ ਜੇ ਅਸੀਂ ਮੂਰਖ ਹਾਂ। ਕ੍ਰਿਸ਼ਨ ਮਹਾਰਾਜ ਦੀ ਗੱਲ ਆਉਂਦੀ ਪਈ ਆ, ਪੂਰਾ ਦੁਆਪਰ ਯੁੱਗ, ਕ੍ਰਿਸ਼ਨ, ਜਦੋਂ ਵੀ ਦੁਆਪਰ ਯੁੱਗ ਦੀ ਗੱਲ ਆਉਂਦੀ ਹੈ, ਕ੍ਰਿਸ਼ਨ ਮਹਾਰਾਜ ਨੂੰ ਯਾਦ ਕੀਤਾ ਜਾਂਦਾ। ਫਿਰ ਅਸੀਂ ਕ੍ਰਿਸ਼ਨ ਨੂੰ ਮੰਨਦੇ ਨਹੀਂ ਪਏ, ਕ੍ਰਿਸ਼ਨ ਦਾ ਨਾਮ ਲੈਣ ਤੋਂ ਵੀ ਡਰੀ ਜਾ ਰਹੇ ਹਾਂ। ਕਿਉਂ ਨਹੀਂ ਅਸੀਂ ਸੱਚ ਨੂੰ ਮੰਨਦੇ ਪਏ? ਸੱਚ ਨੂੰ ਕਬੂਲ ਕਿਉਂ ਨਹੀਂ ਕਰਦੇ ਪਏ? ਜੇ ਰਾਮ ਕੋਈ ਹੋ, ਰਾਮ ਦਾ ਇੱਕ ਵਿਆਖਿਆ ਤਾਂ ਕਰੋ, ਇੱਕ ਐਕਸਪਲੇਨ ਤਾਂ ਕਰੋ। ਕ੍ਰਿਸ਼ਨ ਦੀ ਗੱਲ, ਕ੍ਰਿਸ਼ਨ ਐਕਸਪਲੇਨ ਤਾਂ ਕਰੋ। ਰਾਮ ਵੀ ਪਰਮਾਤਮਾ ਹੀ ਸੀ, ਕ੍ਰਿਸ਼ਨ ਮਹਾਰਾਜ ਜੀ ਵੀ ਪਰਮਾਤਮਾ ਹੀ ਹੈ, ਗੁਰੂ ਨਾਨਕ ਦੇਵ ਜੀ ਵੀ ਪਰਮਾਤਮਾ ਹੀ ਹੈ, ਦਸੇ ਪਾਤਸ਼ਾਹ ਹੀ ਪਰਮਾਤਮਾ ਹੀ ਹੈ, ਗੁਰੂ ਰਵਿਦਾਸ ਵੀ ਖੁਦ ਪਰਮਾਤਮਾ ਹੀ ਹੈ, ਕਬੀਰ ਸਾਹਿਬ ਵੀ ਖੁਦ ਪਰਮਾਤਮਾ ਹੀ ਹੈ, ਰੱਬ ਹੀ ਹੈ। ਅਸੀਂ ਕਿਉਂ ਨਹੀਂ ਮੰਨਦੇ ਪਏ? ਕਿਉਂ ਨਹੀਂ ਸੱਚ ਨੂੰ ਅਸੀਂ ਕਬੂਲ ਕਰਦੇ ਪਏ? ਪਰਮਾਤਮਾ ਦੀ ਬੜੀ ਖੇਡ ਨਿਰਾਲੀ ਆ। ਜੇ ਤੁਸੀਂ ਉਸ ਨੂੰ ਜਾਣਨਾ ਚਾਹੁੰਦੇ ਹੋ, ਉਸ ਨੂੰ ਪਹਿਚਾਨਣਾ ਚਾਹੁੰਦੇ ਹੋ, ਤਾਂ ਉਹਦੇ ਲਈ ਤੁਹਾਨੂੰ ਬੰਦਗੀ ਕਰਨੀ ਪੈਣੀ ਆ, ਤੁਹਾਨੂੰ ਭਗਤੀ ਕਰਨੀ ਪੈਣੀ ਆ। ਜੇ ਤੁਸੀਂ ਪਰਮਾਤਮਾ ਨੂੰ ਜਾਣਨਾ ਚਾਹੁੰਦੇ ਆ, ਉਸ ਰੱਬ ਨੂੰ ਜਾਣਨਾ ਚਾਹੁੰਦੇ ਆ, ਉਹਦੇ ਲਈ ਤੁਹਾਨੂੰ ਭਗਤੀ ਕਰਨੀ ਪੈਣੀ ਆ, ਬੰਦਗੀ ਕਰਨੀ ਪੈਣੀ ਆ, ਸਿਮਰਨ ਕਰਨਾ ਪੈਣਾ, ਆਪਣੇ ਅੰਦਰ ਧਿਆਨ ਲਗਾਉਣਾ ਪੈਣਾ, ਆਪਣੇ ਅੰਦਰ ਦੀ ਯਾਤਰਾ ਕਰਨੀ ਪੈਣੀ ਆ। ਫਿਰ ਤੁਸੀਂ ਉਸ ਨੂੰ ਸੱਚ ਜਾਣ ਸਕਦੇ ਆ। ਸਮੇਂ-ਸਮੇਂ ਤੇ ਪਰਮਾਤਮਾ ਅਲੱਗ-ਅਲੱਗ ਰੂਪ ਦੇ ਵਿੱਚ ਸਮੇਂ-ਸਮੇਂ ਤੇ ਸੰਸਾਰ ਵਿੱਚ ਆਉਂਦਾ ਰਹਿੰਦਾ ਔਰ ਜਾਂਦਾ ਰਹਿੰਦਾ ਆ। ਸਭ ਉਹਦੀ ਲੀਲਾ, ਸਭ ਉਹਦੀ ਖੇਡ ਆ। ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ। ਐਵੇਂ ਕਿਸੇ ਭੁਲੇਖਿਆ ਵਿੱਚ ਨਾ ਰਹੋ, ਕਿਸੇ ਨੂੰ ਗਲਤ ਉਪਦੇਸ਼ ਨਾ ਦਿਓ। ਰਾਮ ਵੀ ਉਹੀ ਆ, ਕ੍ਰਿਸ਼ਨ ਵੀ ਉਹੀ ਆ, ਹਨਾ, ਸ਼ਿਵ ਵੀ ਉਹੀ ਆ। ਫਿਰ ਵੀ ਅਸੀਂ ਸੱਚ ਬੋਲਣ ਤੋਂ ਡਰਦੇ ਪਏ ਹਾਂ। ਹਜੇ ਇੱਕ ਪਰਮਾਤਮਾ, ਇੱਕ ਸਾਰੀ ਦੁਨੀਆ ਕਹਿ ਰਹੀ ਹੈ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ। ਫਿਰ ਵੀ ਅਸੀਂ ਪਰਮਾਤਮਾ ਨੂੰ ਇੱਕ ਨੂੰ ਹੀ ਨਹੀਂ ਮੰਨਦੇ ਪਏ। ਜੇ ਇੱਕ ਹੀ ਪਰਮਾਤਮਾ, ਫਿਰ ਰੋਲੇ ਕਾਹਦੇ ਆ, ਇਹਨੇ ਲੜਾਈ ਝਗੜੇ ਕਾਹਦੇ ਆ? ਠੀਕ ਹੈ ਨਾ? ਇਸ ਕਰਕੇ ਐਵੇਂ ਕਿਸੇ ਭੁਲੇਖਿਆ ਵਿੱਚ ਨਾ ਰਹੋ, ਕਿਸੇ ਮਗਰ ਨਾ ਲੱਗੋ। ਦੁਨੀਆ ਆਪਣੀ ਦੁਕਾਨਦਾਰੀ ਚਲਾਈ ਜਾਂਦੀ ਆ। ਧਾਰਮਿਕ ਇਨਸਾਨ ਜਿਹੜਾ ਹੁੰਦਾ ਆ, ਉਹਨੂੰ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜਿਹੜੇ ਰਾਜਨੀਤਿਕ ਲੋਕ ਹੁੰਦੇ ਆ, ਉਹਨਾਂ ਨੂੰ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅਤੇ ਇਸ ਕਰਕੇ ਇਹਨਾਂ ਮਗਰ ਨਾ ਲੱਗੋ। ਆਪਣੇ ਬੱਚਿਆਂ ਨੂੰ ਬਚਾ ਲਓ, ਆਪਣੇ ਪਰਿਵਾਰ ਨੂੰ ਬਚਾ ਲਓ। ਗੁਰੂ ਤੋਂ ਨਾਮ ਦਾ ਲੈ ਲਿਆ, ਗੁਰੂ ਵਾਲੇ ਬਣ ਗਏ ਹੈਗੇ ਆ, ਤਾਂ ਆਪਣੇ ਘਰ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਸੰਭਾਲੋ। ਸਵੇਰੇ ਉੱਠ ਕੇ ਨਿਤਨੇਮ ਕਰੋ, ਆਪਣਾ ਬੰਦਗੀ ਕਰੋ, ਆਪਣਾ ਸਿਮਰਨ ਦਾ ਅਭਿਆਸ ਕਰੋ, ਹੈ ਨਾ। ਬਾਹਰੋਂ ਧਿਆਨ ਹਟਾ ਕੇ ਆਪਣੇ ਅੰਦਰ ਵੀ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਜਿਸ ਨੂੰ ਵੀ ਪਰਮਾਤਮਾ ਮਿਲਿਆ, ਅੰਦਰ ਹੀ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਜਿਹਨੇ ਵੀ ਅਨੁਭਵ ਕੀਤਾ, ਆਪਣੇ ਅੰਦਰ ਹੀ ਅਨੁਭਵ ਕੀਤਾ ਹੈ। ਬਾਹਰੋਂ ਧਿਆਨ ਹਟਾ ਕੇ ਆਪਣੇ ਅੰਦਰ ਵੀ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਆਪਣੇ ਅੰਦਰ ਧਿਆਨ ਲਗਾਓ, ਅੰਦਰ ਪ੍ਰਕਾਸ਼ ਉਸ ਜੋਤ ਦੇ ਦਰਸ਼ਨ ਕਰਨੇ ਸਿੱਖੋ। ਉਸ ਨੂੰ ਇੱਥੇ ਤੱਕ ਪਹੁੰਚੋ। ਸਰੀਰ ਦੇ 9 ਦਰਵਾਜ਼ੇ ਬੰਦ ਕਰਕੇ 10ਵਾਂ ਦਰਵਾਜ਼ਾ, ਜਦ ਤੱਕ ਦਰਵਾਜ਼ੇ ਤੁਹਾਡੇ ਸਰੀਰ ਦੇ 9 ਦਰਵਾਜ਼ੇ ਖੁੱਲ੍ਹੇ ਆ, 10ਵਾਂ ਦਰਵਾਜ਼ਾ ਨਹੀਂ ਖੁੱਲ੍ਹਣਾ ਹੈਗਾ।
ਉਸ 10ਵੇਂ ਦਰਵਾਜ਼ੇ ਨੂੰ ਖੋਲ੍ਹਣ ਦੇ ਲਈ ਤੁਹਾਨੂੰ 9 ਦਰਵਾਜ਼ੇ ਸਰੀਰ ਦੇ ਬੰਦ ਕਰਨੇ ਪੈਣੇ ਆ। ਇਸ ਕਰਕੇ ਇਹਨਾਂ ਲੜਾਈ ਝਗੜਿਆਂ 'ਚ ਨਹੀਂ ਕਿਸੇ ਨੇ ਪੈਣਾ, ਕਿਸੇ ਨੇ ਜਾਤਾਂ ਪਾਤਾਂ ਵਿੱਚ ਨਹੀਂ ਪੈਣਾ, ਕਿਸੇ ਨੇ ਧਰਮਾਂ ਪਿੱਛੇ ਨਹੀਂ ਲੜਨਾ ਹੈਗਾ। ਠੀਕ ਹੈ ਨਾ। ਸਭ ਤੋਂ ਪਹਿਲਾਂ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਉਸ ਇੱਕ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਗੁਰੂ ਤੋਂ ਨਾਮ ਸ਼ਬਦ ਲੈ ਕੇ ਅੰਮ੍ਰਿਤ ਛਕ ਕੇ ਜਾਂ ਕਿਸੇ ਫਕੀਰ ਤੋਂ ਸੰਤ ਮਹਾਂਪੁਰਸ਼ ਕੋ ਨਾਮ ਸ਼ਬਦ ਲੈ ਕੇ ਉਹਦਾ ਰੋਜ਼ ਅਭਿਆਸ ਕਰੋ, ਰੋਜ਼ ਬੰਦਗੀ ਕਰੋ, ਭਗਤੀ ਕਰੋ। ਫਿਰ ਤੁਸੀਂ ਸੱਚ ਨੂੰ ਜਾਣ ਸਕਦੇ ਆ, ਫਿਰ ਸੱਚ ਨੂੰ ਤੁਸੀਂ ਪਹਿਚਾਨ ਸਕਦੇ ਆ। ਠੀਕ ਹੈ ਨਾ। ਤੇ ਇਸ ਕਰਕੇ ਮੇਰੀ ਆਪ ਦੇ ਹੀ ਚਰਨਾਂ 'ਚ ਬੇਨਤੀ ਆ, ਅੰਮ੍ਰਿਤ ਵੇਲੇ ਸੰਭਾਲ ਕਰਿਆ ਕਰੋ। ਸਵੇਰੇ ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਜਿਸ ਤਰ੍ਹਾਂ ਤੁਸੀਂ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਦੇ ਹੋ, ਦਾਨ ਪੁੰਨ ਕਰਦੇ ਹੋ, ਇਸੇ ਤਰ੍ਹਾਂ 24 ਘੰਟਿਆਂ ਦਾ 10ਵਾਂ ਹਿੱਸਾ 2.5 ਘੰਟੇ ਬਣਦਾ। ਘੱਟੋ ਘੱਟ ਰੋਜ਼ ਦਾ ਤੁਹਾਡਾ 2.5-3 ਘੰਟੇ ਦਾ ਰੋਜ਼ ਤੁਹਾਡਾ ਅਭਿਆਸ ਹੋਣਾ ਚਾਹੀਦਾ, ਬਿਨਾਂ ਛੁੱਟੀ, ਬਿਨਾਂ ਨਾਗਾ। ਠੀਕ ਹੈ ਨਾ। ਫਿਰ ਤੁਹਾਡੀ ਗੱਲ ਬਣੇਗੀ। ਅਸੀਂ ਸੰਸਾਰ ਦੇ ਕੰਮਾਂ ਲਈ ਟਾਈਮ ਕੱਢਦੇ ਹਾਂ। ਕੋਈ ਮਰ ਜਾਂਦਾ ਉਦੋਂ ਵੀ ਅਸੀਂ ਟਾਈਮ ਕੱਢਦੇ ਹਾਂ, ਕੋਈ ਵਿਆਹ ਸ਼ਾਦੀ ਆਉਂਦਾ ਅਸੀਂ ਉਦੋਂ ਵੀ ਟਾਈਮ ਕੱਢਦੇ ਹਾਂ, ਸਮੇਂ ਕੱਢਦੇ ਹਾਂ, ਹੈ ਨਾ। ਫਿਰ ਪਰਮਾਤਮਾ ਦੀ ਬੰਦਗੀ ਲਈ ਸਾਡਾ ਸਮੇਂ ਕਿਉਂ ਨਹੀਂ ਨਿਕਲਦਾ ਪਿਆ? ਫਿਰ ਸਿਮਰਨ ਕਰਨ ਲਈ ਸਾਡਾ ਸਮੇਂ ਕਿਉਂ ਨਹੀਂ ਨਿਕਲਦਾ ਪਿਆ? ਭਗਤੀ ਕਰਨ ਲਈ ਸਾਡੇ ਕੋਲ ਸਮੇਂ ਕਿਉਂ ਨਹੀਂ ਨਿਕਲਦਾ ਪਿਆ? ਜਦੋਂ ਰੱਬ ਦੀ ਗੱਲ ਆਉਂਦੀ ਆ ਸਾਨੂੰ ਨੀਂਦ ਆਉਣ ਲੱਗ ਪੈਂਦੀ ਆ, ਸਾਨੂੰ ਬਹਾਨੇ ਯਾਦ ਆਉਣ ਲੱਗ ਪੈਂਦੇ ਆ, ਹੈ ਨਾ। ਬੱਚਿਆਂ ਨੇ ਸਵੇਰੇ ਸਕੂਲ ਜਾਣਾ ਹੋਵੇ, ਸਵੇਰੇ 6 ਵਜੇ ਸਕੂਲ ਜਾਣਾ ਹੋਵੇ ਜਾਂ 7 ਵਜੇ ਸਕੂਲ ਜਾਣਾ ਹੋਵੇ, ਅਸੀਂ 2 ਘੰਟੇ ਪਹਿਲੇ ਹੀ ਉੱਠ ਜਾਂਦੇ ਹਾਂ ਕਿ ਉਹਨਾਂ ਕੋਲ ਛੁੱਟੀ ਨਾ ਹੋ ਜਾਵੇ, ਸਕੂਲ ਤੋਂ ਕਿਤੇ ਲੇਟ ਨਾ ਹੋ ਜਾਣ। ਪਰ ਪਰਮਾਤਮਾ ਦੀ ਬੰਦਗੀ ਲਈ ਸਾਡੇ ਕੋਲ ਉੱਠਿਆ ਨਹੀਂ ਜਾ ਰਿਹਾ। ਸੰਸਾਰ ਵਿੱਚ ਜੋ ਵੀ ਆਇਆ ਹੁਣ ਇੱਕ ਨਾ ਇੱਕ ਦਿਨ ਜਾਣਾ ਆ। ਕਦੇ ਇਕੱਲੇ ਬੈਠ ਕੇ, ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨੂੰ 5-10 ਮਿੰਟ ਦਿਆ ਕਰੋ, ਵਿਚਾਰ ਕਰਿਆ ਕਰੋ, ਮੈਂ ਸੰਸਾਰ 'ਚ ਕਰਨ ਕੀ ਆਇਆ ਔਰ ਕਰ ਕੀ ਰਿਹਾ ਆ, ਮੈਨੂੰ ਕਿਸ ਕੰਮ ਲਈ ਪਰਮਾਤਮਾ ਨੇ ਭੇਜਿਆ ਆ। ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਆਪ ਨੂੰ ਪਹਿਚਾਨ। ਠੀਕ ਹੈ ਨਾ। ਉਹਨੂੰ ਤਾਂ ਹੀ ਤੁਸੀਂ ਜਾਣੋਗੇ, ਉਸ ਪਰਮਾਤਮਾ ਜਿਹੜਾ ਇੱਕ ਹੈਗਾ ਉਹਨੂੰ ਤੁਸੀਂ ਤਾਂ ਹੀ ਜਾਣੋਗੇ ਜੇ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ। ਠੀਕ ਹੈ। ਕਿਸੇ ਨੇ ਇਸ ਰਾਸਤੇ ਜਾਣ ਲਈ ਕਿਸੇ ਨੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ। ਠੀਕ ਹੈ। ਲੋਕ ਲਾਜ ਦੀ ਦੁਨੀਆ ਦੀ ਪਰਵਾਹ ਵੀ ਨਹੀਂ ਕਰਨੀ ਨਾਲੇ, ਹੈ ਨਾ। ਲੋਕ ਲਾਜ ਭਗਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਆ। ਤੁਸੀਂ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਜੇ ਤੁਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਆਪਣੇ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਬੰਦਗੀ ਕਰੋ, ਭਗਤੀ ਕਰੋ। ਇਹੀ ਇੱਕ ਤਰੀਕਾ ਜਿਹਦੇ ਜ਼ਰੀਏ ਸਾਡਾ ਗੁਰੂ ਖੁਸ਼ ਹੁੰਦਾ। ਤੁਹਾਡੀ ਭਗਤੀ ਦੇਖ ਕੇ ਹੀ ਤੁਹਾਡੇ ਗੁਰੂ ਨੇ ਖੁਸ਼ ਹੋਣਾ ਆ, ਤੁਹਾਡੀ ਬੰਦਗੀ ਦੇਖ ਕੇ ਹੀ ਤੁਹਾਡੇ ਗੁਰੂ ਨੇ, ਉਸ ਪਰਮਾਤਮਾ ਨੇ ਖੁਸ਼ ਹੋਣਾ ਆ। ਠੀਕ ਹੈ ਨਾ। ਇਸ ਲਈ ਰੋਜ਼ ਸਿਮਰਨ ਕਰੋ, ਰੋਜ਼ ਸਿਮਰਨ ਕਰੋ, ਕਿਸੇ ਨੇ ਛੁੱਟੀ ਨਹੀਂ ਕਰਨੀ। ਜਿੰਨੇ ਵੀ ਗੁਰੂ ਮਹਾਰਾਜ ਸੰਸਾਰ ਵਿੱਚ ਆਏ ਨੇ, ਜਿੰਨੇ ਵੀ ਸੰਤ ਮਹਾਂਪੁਰਸ਼ ਫਕੀਰ ਸੰਸਾਰ ਵਿੱਚ ਆਏ ਨੇ, ਸਾਰਿਆਂ ਨੇ ਕਿਸੇ ਨਾ ਕਿਸੇ ਮਾਂ ਦੇ ਕੁੱਖੋਂ ਜਨਮ ਲਿੱਤਾ ਆ। ਸਾਰਿਆਂ ਨੇ ਇੱਥੇ ਜਨਮ ਲਿੱਤਾ ਆ, ਸਾਰਿਆਂ ਨੇ ਇੱਥੇ ਅਵਤਾਰ ਲਿੱਤਾ ਆ। ਠੀਕ ਹੈ ਨਾ। ਤੇ ਇਸ ਕਰਕੇ ਇਹੋ ਜਿਹੇ ਚੱਕਰਾਂ 'ਚ ਨਹੀਂ ਪੈਣਾ। ਪਰਮਾਤਮਾ ਇੱਕੋ ਹੀ ਆ, ਉਹਦੀ ਸ੍ਰਿਸ਼ਟੀ ਦਾ ਨੇਮ ਹੈਗਾ। ਸਾਰਿਆਂ ਦਾ ਆਉਣ ਦਾ ਰਸਤਾ ਵੀ ਉਹੀ ਆ, ਸਾਰਿਆਂ ਦਾ ਜਾਣ ਦਾ ਰਸਤਾ ਵੀ ਉਹੀ ਆ। ਠੀਕ ਹੈ। ਜੋ ਵੀ ਸੰਸਾਰ ਵਿੱਚ ਆਇਆ ਸਾਰੇ ਅਵਤਾਰ ਲੈ ਕੇ ਆਏ ਨੇ, ਸਾਰੇ ਉਸ ਪਰਮਾਤਮਾ ਦੇ ਹੀ ਰੂਪ ਨੇ। ਠੀਕ ਹੈ ਨਾ। ਜੋ ਤੁਸੀਂ ਭਗਤੀ ਕਰੋਗੇ, ਰੋਜ਼ ਬੰਦਗੀ ਕਰੋਗੇ, ਤਾਂ ਤੁਸੀਂ ਪੁਰਸ਼ ਤੋਂ ਮਹਾਂਪੁਰਸ਼ ਬਣ ਜਾਓਗੇ, ਹੰਸ ਤੋਂ ਪਰਮਹੰਸ ਬਣ ਜਾਓਗੇ। ਫੈਸਲਾ ਤਾਂ ਤੁਸੀਂ ਕਰਨਾ, ਤੁਸੀਂ ਚੋਰ ਬਣਨਾ ਕਿ ਸਾਧ ਬਣਨਾ ਹੈ, ਤੁਸੀਂ ਦੁਨੀਆ ਨੂੰ ਜਿੱਤਣਾ ਕਿ ਪ੍ਰਮਾਤਮਾ ਨੂੰ ਜਿੱਤਣਾ। ਗੁਰੂ ਸਾਹਿਬ ਦੇ ਕੋਲੋਂ ਕਿਸੇ ਨੇ ਪੁੱਛਿਆ, ਭਗਤ ਪਿਆਰੇ ਨੇ ਗੁਰੂ ਸਾਹਿਬ ਦੇ ਕੋਲੋਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਪੁੱਛਿਆ ਕਿ ਪ੍ਰਮਾਤਮਾ ਨੂੰ ਪਾਉਣ ਦਾ ਤਰੀਕਾ ਕੀ ਆ, ਰੱਬ ਨੂੰ ਮਿਲਿਆ ਕਿੱਦਾਂ ਜਾ ਸਕਦਾ ਹੈ, ਰੱਬ ਨੂੰ ਪਾਇਆ ਕਿੱਦਾਂ ਜਾ ਸਕਦਾ, ਕੋਈ ਸੌਖਾ ਤਰੀਕਾ ਦੱਸੋ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬੇਟੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ
ਪ੍ਰੇਮ ਕਰਨਾ ਸਿੱਖੋ, ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖੋ, ਇੱਕ ਦੂਜੇ ਦੀ ਇੱਜ਼ਤ ਕਰਨਾ ਸਿੱਖੋ। ਫਿਰ ਤੁਸੀਂ ਪਰਮਾਤਮਾ ਨੂੰ ਪਿਆਰ ਕਰ ਸਕਦੇ ਆ। ਉਹਦੇ ਜੀਵ ਜੰਤੂਆਂ ਨਾਲ ਪਿਆਰ ਕਰੋ, ਹੈ ਨਾ, ਉਹਦੀ ਕੁਦਰਤ ਨਾਲ ਪਿਆਰ ਕਰੋ, ਉਹਦੀ ਸ੍ਰਿਸ਼ਟੀ ਨਾਲ ਪਿਆਰ ਕਰੋ। ਜੇ ਅਸੀਂ ਇੱਕ ਆਪਣੇ ਦਿਲ ਵਿੱਚ ਨਫ਼ਰਤ ਕਰਾ ਕੇ ਚੱਲਾਂਗੇ ਤਾਂ ਕਦੇ ਵੀ ਅਸੀਂ ਭਗਤੀ ਵਿੱਚ ਸਫਲ ਨਹੀਂ ਹੋ ਸਕਦੇ। कहते दिल का हुजरा साफ कर साहिब के आने के लिए, दिल का हुजरा साफ कर साहिब के आने के लिए, ध्यान गैरों से उठा उसको बिठाने के लिए। जे साडे दिल साफ होवेगा, साडा मन साफ होवेगा, ਤਾਂ ਹੀ ਉਹਦਾ ਵਾਸ ਹੋਵੇਗਾ, ਤਾਂ ਹੀ ਉਹ ਸਾਨੂੰ ਮਹਿਸੂਸ ਹੋਵੇਗਾ, ਤਾਂ ਹੀ ਅਸੀਂ ਉਸ ਨੂੰ ਜਾਣਾਂਗੇ, ਤਾਂ ਹੀ ਉਸ ਨੂੰ ਪਹਿਚਾਨਾਂਗੇ। ਜੇ ਅਸੀਂ ਬਾਜ਼ਾਰ ਵਿੱਚ ਜਾ ਰਹੇ ਹਾਂ, ਕੋਈ ਆਪਾਂ ਦੁੱਧ ਲੈਣ ਜਾ ਰਹੇ ਹਾਂ ਜਾਂ ਕੋਈ ਜੂਸ ਲੈਣ ਜਾ ਰਹੇ ਹਾਂ ਜਾਂ ਕੋਈ ਚੀਜ਼ ਲੈਣ ਜਾ ਰਹੇ ਹਾਂ, ਤਾਂ ਜਿਹੜਾ ਬਰਤਨ ਸਾਡਾ ਖਾਲੀ ਹੋਵੇਗਾ, ਅਸੀਂ ਸੰਸਾਰ ਦੇ ਵਿੱਚੋਂ, ਅਸੀਂ ਦੁਨੀਆ ਵਿੱਚ ਤਾਂ ਹੀ ਉਹ ਚੀਜ਼ ਲੈ ਸਕਦੇ ਹਾਂ, ਦੁਕਾਨ ਤੋਂ ਤਾਂ ਹੀ ਉਹ ਚੀਜ਼ ਪਾ ਕੇ ਲਿਆ ਜਾ ਸਕਦਾ ਜੇ ਸਾਡਾ ਭਾਂਡਾ ਖਾਲੀ ਹੋਵੇਗਾ। ਤਾਂ ਜੇ ਉਹ ਪਹਿਲਾਂ ਹੀ ਭਰਿਆ ਹੋਇਆ ਤੁਹਾਡਾ ਭਾਂਡਾ ਹੈਗਾ, ਡੱਲੂ ਤੁਹਾਡਾ ਪਹਿਲਾਂ ਹੀ ਭਰਿਆ ਹੋਇਆ ਹੈ, ਤਾਂ ਉਹਦੇ ਵਿੱਚ ਅਸੀਂ ਦੁੱਧ ਕਿੱਦਾਂ ਪਾ ਸਕਦੇ ਹਾਂ, ਤਾਂ ਬਾਅਦ ਦੀ ਚੀਜ਼ਾਂ ਅਸੀਂ ਕਿੱਦਾਂ ਉਹਦੇ ਵਿੱਚ ਪਾ ਸਕਦੇ ਹਾਂ। ਸਾਡਾ ਭਾਂਡਾ ਖਾਲੀ ਹੋਵੇਗਾ ਤਾਂ ਹੀ ਉਹ ਪਵੇਗਾ। ਇਸੇ ਤਰ੍ਹਾਂ ਸਾਡਾ ਜੋ ਮਨ ਹੈ ਖਾਲੀ ਹੋਵੇਗਾ, ਦੁਨੀਆ ਦੇ ਖਿਆਲਾਂ ਵਿੱਚੋਂ ਖਾਲੀ ਹੋਵੇਗਾ, ਹੈ ਨਾ, ਵਿਚਾਰਾਂ ਤੋਂ ਖਾਲੀ ਹੋਵੇਗਾ, ਤਾਂ ਹੀ ਪ੍ਰਮਾਤਮਾ ਸਾਡਾ ਸਾਨੂੰ ਮਿਲੇਗਾ, ਦੇਖੇਗਾ, ਉਹ ਤਾਂ ਹੀ ਬੈਠੇਗਾ, ਤਾਂ ਹੀ ਅਸੀਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ, ਤਾਂ ਹੀ ਅਸੀਂ ਉਸ ਨੂੰ ਜਾਣ ਸਕਦੇ ਹਾਂ। ਆਪਣੇ ਅੰਤਰ ਵਿੱਚ ਉਸ ਪ੍ਰਮਾਤਮਾ ਦੀ ਖੋਜ ਕਰੋ। ਪਰਮਾਤਮਾ ਦਾ ਇਹ ਸਰੀਰ ਤੁਹਾਡਾ ਜੋ ਹੈ, ਇਹ ਸਰੀਰ ਹਰੀ ਦਾ ਮੰਦਰ ਹੈਗਾ, ਪਰਮਾਤਮਾ ਦਾ ਘਰ ਹੈ। ਇਹਦੇ ਅੰਦਰ ਆ ਜਾਓ। ਜਿਸ ਨੂੰ ਵੀ ਪਰਮਾਤਮਾ ਮਿਲਿਆ, ਰੱਬ ਮਿਲਿਆ, ਅੰਦਰ ਹੀ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਅਸੀਂ ਆਪਣੇ ਇੱਟਾਂ ਨਾਲ, ਮਿੱਟੀ ਦੇ ਨਾਲ, ਸੀਮੈਂਟ ਨਾਲ ਬਣਾਏ ਹੋਏ ਮੰਦਰਾਂ ਨਾਲ, ਗੁਰਦੁਆਰਿਆਂ ਨਾਲ, ਇਹਨਾਂ ਚੀਜ਼ਾਂ ਨਾਲ ਅਸੀਂ ਇੰਨਾ ਪਿਆਰ ਕਰਦੇ ਹਾਂ, ਪਰ ਜਿਹੜਾ ਖੁਦ ਪਰਮਾਤਮਾ ਨੇ ਆਪਣਾ ਘਰ ਬਣਾਇਆ, ਇਹ ਸਰੀਰ ਬਣਾਇਆ, ਇਹ ਹਰੀ ਦਾ ਮੰਦਰ ਬਣਾਇਆ, ਅਸੀਂ ਇਸ ਨੂੰ ਪਿਆਰ ਕਿਉਂ ਨਹੀਂ ਕਰਦੇ ਪਏ? ਅਸੀਂ ਇਸ ਨਾਲ ਕਿਉਂ ਨਫ਼ਰਤ ਕਰਦੇ ਪਏ? ਇੱਕ ਦੂਜੇ ਨਾਲ ਕਿਉਂ ਨਫ਼ਰਤ ਕਰਦੇ ਪਏ? ਜੇ ਇਹ ਸਰੀਰ ਹਰੀ ਦਾ ਮੰਦਰ ਹੈਗਾ, ਪਰਮਾਤਮਾ ਦਾ ਘਰ ਹੈ, ਫਿਰ ਅਸੀਂ ਇਸ ਨੂੰ ਸਾਫ਼ ਸੁਥਰਾ ਕਿਉਂ ਨਹੀਂ ਰੱਖਦੇ ਪਏ? ਅਸੀਂ ਸ਼ਰਾਬਾਂ ਨਾਲ, ਬੀੜੀਆਂ ਸਿਗਰਟਾਂ ਨਾਲ, ਨਸ਼ਿਆਂ ਨਾਲ ਇਸ ਨੂੰ ਖਰਾਬ ਕਰੀ ਜਾ ਰਹੇ ਹਾਂ। ਬਾਹਰ ਅਸੀਂ ਮੰਦਰਾਂ ਨੂੰ, ਗੁਰਦੁਆਰਿਆਂ ਨੂੰ, ਮਸਜਿਦਾਂ ਨੂੰ, ਚਰਚਾਂ ਨੂੰ ਇੰਨੇ ਸੋਹਣਾ ਸੋਹਣਾ ਬਣਾਈ ਜਾ ਰਹੇ ਹਾਂ, ਇੰਨੇ ਮਹਿੰਗੇ ਤੋਂ ਮਹਿੰਗੇ ਪੱਥਰ ਲਾ ਰਹੇ ਹਾਂ, ਮਾਰਬਲ ਲਗਾਈ ਜਾ ਰਹੇ ਹਾਂ, ਹੈ ਨਾ, ਇੰਨਾ ਕੁਛ ਬਣਾਉਂਦੇ ਪਿਆ। ਪਰ ਇਹ ਸਰੀਰ ਜੋ ਹਰੀ ਦਾ ਮੰਦਰ ਹੈਗਾ, ਪ੍ਰਮਾਤਮਾ ਦਾ ਘਰ ਹੈਗਾ, ਅਸੀਂ ਇਸ ਨੂੰ ਖੁਦ ਜੋ ਖੁਦਾ ਨੇ ਬਣਾਇਆ, ਉਸ ਪ੍ਰਮਾਤਮਾ ਨੇ ਬਣਾਇਆ, ਇਸ ਨੂੰ ਅਸੀਂ ਕਿਉਂ ਗੰਦਾ ਬਣਾ ਕਰੀ ਜਾ ਰਹੇ ਹਾਂ? ਅਸੀਂ ਇਸ ਨੂੰ ਸੋਹਣਾ ਕਿਉਂ ਨਹੀਂ ਬਣਾਉਂਦੇ ਪਏ? ਅਸੀਂ ਇਸ ਨੂੰ ਸੋਹਣਾ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰਦੇ ਪਏ? ਅੱਜ ਅਸੀਂ ਨਸ਼ੇ ਕਰਦੇ ਪਏ ਹਾਂ, ਦਾਰੂ ਪੀ ਜਾ ਰਹੇ ਹਾਂ, ਨਸ਼ੇ ਕਰੀ ਜਾ ਰਹੇ ਹਾਂ, ਬੀੜੀ ਸਿੱਟਾ ਪੀ ਜਾ ਰਹੇ ਹਾਂ। ਇਹ ਸਰੀਰ ਨੂੰ ਕਿਉਂ ਖਰਾਬ ਕਰੀ ਜਾ ਰਹੇ ਹਾਂ? ਅਸੀਂ ਕਿਹਨੂੰ ਭੁਲਾ ਰਹੇ ਹਾਂ? ਜਿੰਦੇ ਜੀ ਆਪਣੇ ਸਰੀਰ ਨੂੰ ਇਹਨੂੰ ਕਬਰ ਬਣਾ ਦਿੱਤਾ। ਮਾਸ ਖਾਈ ਜਾ ਰਹੇ ਹਾਂ, ਜੀਵ ਹੱਤਿਆ ਕਰ ਕਰਕੇ ਖਾਈ ਜਾ ਰਹੇ ਹਾਂ, ਹੈ ਨਾ। ਆਪਣੇ ਦੰਦ ਤਾਂ ਦੇਖੋ, ਤੁਹਾਡੇ ਦੰਦ ਕਿੱਦਾਂ ਦੇ ਆ, ਚਪਟੇ ਦੰਦ ਆ। ਕਦੇ ਗਾਂ ਦੇ ਅੱਗੇ ਜਾਂ ਮੱਝਾਂ ਦੇ ਅੱਗੇ ਮਾਸ ਰੱਖ ਕੇ ਦੇਖੋ, ਖਾਂਦੀਆਂ? ਉਹ ਕਦੇ ਨਹੀਂ ਖਾਵੇਗੀ। ਇਨਸਾਨ ਇੱਕ ਇਹੋ ਜਿਹਾ ਬੰਦਾ ਹੈਗਾ ਜਿਹੜਾ ਸਭ ਕੁਝ ਖਾਈ ਜਾ ਰਿਹਾ। ਇਹ ਚੀਜ਼ਾਂ ਤੁਹਾਡੇ ਵਾਸਤੇ ਨਹੀਂ ਬਣੀਆਂ। ਤੁਹਾਡੇ ਦੰਦ ਤਾਂ ਦੇਖੋ, ਰੋਜ਼ ਸ਼ੀਸ਼ੇ ਮੂਹਰੇ ਖੜ ਕੇ ਬੁਰਸ਼ ਕਰਦੇ ਹੋ, ਆਪਣੇ ਦੰਦ ਨਹੀਂ ਦੇਖੇ? ਤੁਹਾਡੇ ਦੰਦ ਕਿੱਦਾਂ ਦੇ ਨੇ? ਜਿਹੜੇ ਮਾਸਾਹਾਰੀ ਜਾਨਵਰ ਨੇ, ਰਾਖਸ਼ ਨੇ, ਭੂਤ ਪ੍ਰੇਤ ਨੇ, ਹੈ ਨਾ, ਜਿਹੜੇ ਪਸ਼ੂ ਜਾਨਵਰ ਨੇ, ਹੈ ਨਾ, ਮਾਸਾਹਾਰੀ, ਉਹਨਾਂ ਦੰਦ ਦੇਖੋ ਤਿੱਖੇ ਤਿੱਖੇ ਨੇ। ਕੁੱਤੇ ਦੇ ਦੰਦ ਦੇਖ ਲਓ ਕਿੰਨੇ ਤਿੱਖੇ ਦੇ ਨੇ, ਹੈ ਨਾ। ਸ਼ੇਰ ਦੇ ਦੰਦ ਦੇਖ ਲਓ ਕਿੱਦਾਂ ਦੇ ਆ, ਹੈ ਨਾ। ਮਗਰਮੱਛ ਦੇ ਦੰਦ ਦੇਖ ਲਓ। ਇਹ ਮਾਸਾਹਾਰੀ ਜੀਵ ਨੇ। ਇਹ ਭੋਜਨ ਇਹਨਾਂ ਦਾ, ਤੁਹਾਡਾ ਭੋਜਨ ਨਹੀਂ ਹੈਗਾ। ਪਰ ਤੁਸੀਂ ਆਪਣੇ ਜੀਵ ਦੇ ਸਵਾਦ ਲਈ ਐਵੇਂ ਧਰਮਾਂ ਦੀ ਆੜ ਦੇ ਵਿੱਚ ਜੀਵ ਹੱਤਿਆ ਕਰੀ ਜਾ ਰਹੇ ਆ। ਜੇ ਤੁਹਾਡੇ ਅੰਦਰ ਦਇਆ ਨਹੀਂ ਹੈਗੀ, ਤੁਹਾਡੇ ਅੰਦਰ ਨਮਰਤਾ ਨਹੀਂ ਹੈਗੀ, ਤੁਹਾਡੇ ਅੰਦਰ ਪ੍ਰੇਮ ਹੀ ਨਹੀਂ ਹੈਗਾ, ਤੁਸੀਂ ਪਰਮਾਤਮਾ ਨੂੰ ਕਿੱਦਾਂ ਜਾਣ ਸਕਦੇ ਹੋ? ਉਹਨੂੰ ਕਿੱਦਾਂ ਜੇ ਤੁਸੀਂ ਜਾਣ ਸਕਦੇ ਹੋ? ਗੁਰੂ ਨੂੰ ਸਾਰੀ ਦੁਨੀਆ ਮੰਨੀ ਜਾ ਰਹੀ ਆ, ਪਰ ਗੁਰੂ ਦਾ ਕਹਿਣਾ ਕੋਈ ਨਹੀਂ ਮੰਨਦਾ ਪਿਆ।
ਐਡੇ ਵੱਡੇ ਵੱਡੇ ਸੰਤ ਮਹਾਂਪੁਰਸ਼ ਸਾਡੇ ਸੰਸਾਰ ਵਿੱਚ ਆਏ, ਆ ਕੇ ਚਲੇ ਗਏ, ਅੱਗੇ ਵੀ ਆਉਂਦੇ ਰਹਿਣੇ ਆ, ਪਰ ਅਸੀਂ ਉਹ ਸੰਤਾਂ ਮਹਾਂਪੁਰਸ਼ਾਂ ਦਾ ਕਹਿਣਾ ਹੀ ਨਹੀਂ ਮੰਨਿਆ ਹੈਗਾ। ਉਹਨਾਂ ਨੇ ਇੱਕੋ ਉਪਦੇਸ਼ ਦਿੱਤਾ ਕਿ ਬੇਟੇ ਸਿਮਰਨ ਕਰੋ, ਨਾਮ ਜਪੋ, ਬੰਦਗੀ ਕਰੋ। ਇਹ ਸੰਸਾਰ ਸਾਡਾ ਨਹੀਂ ਹੈਗਾ, ਅਸੀਂ ਸਾਰੇ ਇੱਥੇ ਮੁਸਾਫਿਰ ਹਾਂ। ਇੱਕ ਨਾ ਇੱਕ ਦਿਨ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਣਾ ਹੈ, ਪਰ ਫਿਰ ਵੀ ਅਸੀਂ ਪਰਮਾਤਮਾ ਨੂੰ ਪਿਆਰ ਕਰਨ ਦੀ ਬਜਾਏ ਸੰਸਾਰ ਨੂੰ ਪਿਆਰ ਕਰੀ ਜਾ ਰਹੇ ਹਾਂ। ਉਸ ਸ੍ਰਿਸ਼ਟੀ ਬਣਾਉਣ ਵਾਲੇ ਨੂੰ, ਉਸ ਕਰਤਾ ਨੂੰ ਕਿਉਂ ਨਹੀਂ ਅਸੀਂ ਪਿਆਰ ਕਰਦੇ ਪਏ? ਉਹਦੇ ਲਈ ਕਿਉਂ ਨਹੀਂ ਸਾਡੇ ਕੋਲ ਸਮਾਂ ਨਿਕਲਦਾ ਪਿਆ? ਦੁਨੀਆ ਦੇ ਵੱਡੇ ਤੋਂ ਵੱਡਾ ਤੁਸੀਂ ਕੰਮ ਕਰਨ ਲਈ ਤਿਆਰ ਹੋ, ਛੋਟੇ ਛੋਟਾ ਸੌਖੇ ਤੋਂ ਸੌਖਾ ਕੰਮ ਤੁਸੀਂ ਕਿਉਂ ਨਹੀਂ ਕਰਦੇ ਪਏ? ਬੰਦਗੀ ਕਿਉਂ ਨਹੀਂ ਕਰਦੇ? ਭਗਤੀ ਕਿਉਂ ਨਹੀਂ ਕਰਦੇ ਪਏ? ਹਰ ਇਨਸਾਨ ਕਹਿੰਦਾ ਮੈਂ ਸੁਖੀ ਰਵਾਂ, ਕਹਿੰਦਾ ਨਾ। ਤੁਸੀਂ ਸਭ ਕੁਝ ਦੇਖਦੇ ਪਏ ਹੋ, ਹੈ ਨਾ? ਤੁਹਾਡੇ ਆਲੇ ਦੁਆਲੇ ਬਥੇਰੇ ਇਹੋ ਜਿਹੇ ਜੀ ਹੋਣੇ ਆ, ਲੋਕ ਹੋਣੇ ਆ, ਹੈ ਨਾ? ਹਰ ਇਨਸਾਨ ਕਹਿੰਦਾ ਕਿ ਮੈਂ ਸੁਖੀ ਰਵਾਂ, ਕੋਈ ਕਹਿੰਦਾ ਮੈਂ ਦੁਖੀ ਰਵਾਂ, ਪਰ ਫਿਰ ਵੀ ਉਹ ਦੁਖੀ ਤੇ ਦੁਖੀ ਆ। ਹਰ ਇਨਸਾਨ ਕਹਿੰਦਾ ਮੈਂ ਅਮੀਰ ਬਣ ਜਾਵਾਂ, ਟਾਟਾ ਬਿਰਲਾ ਬਣ ਜਾਵਾਂ, ਅਨਿਲ ਅੰਬਾਨੀ ਬਣ ਜਾਵਾਂ, ਹੈ ਨਾ? ਹਰ ਇਨਸਾਨ ਕਹਿੰਦਾ ਮੈਂ ਅਮੀਰ ਬਣ ਜਾਵਾਂ, ਪਰ ਫਿਰ ਵੀ ਗਰੀਬ ਕਿਉਂ ਆ? ਕਿਉਂਕਿ ਜੋ ਸਾਡੇ ਕਰਮਾਂ ਵਿੱਚ ਹੈ ਨਾ, ਸੰਸਾਰ ਵਿੱਚ ਰੱਬ ਨੇ, ਉਸ ਪਰਮਾਤਮਾ ਨੇ ਭੇਜਣ ਤੋਂ ਪਹਿਲਾਂ ਸਾਡਾ ਕਰਮਾਂ ਦੇ ਅਨੁਸਾਰ, ਜੋ ਅਸੀਂ ਕਰਮ ਕੀਤੇ ਨੇ, ਸਾਡੇ ਕਰਮਾਂ ਅਨੁਸਾਰ ਸਾਡਾ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ। ਕਦੋਂ ਮਿਲਣਾ, ਕਿੱਥੇ ਮਿਲਣਾ, ਕਿੱਦਾਂ ਮਿਲਣਾ, ਕਿੰਨਾ ਮਿਲਣਾ, ਇਹ ਸਭ ਕੁਝ ਪਹਿਲਾਂ ਹੀ ਲਿਖ ਕੇ ਫਿਰ ਸਾਨੂੰ ਸੰਸਾਰ ਵਿੱਚ ਭੇਜਿਆ। ਪਰ ਫਿਰ ਵੀ ਅਸੀਂ ਆਪਣੇ ਮਨ ਦੇ ਘੋੜੇ ਭਜਾਈ ਜਾ ਰਹੇ ਹਾਂ, ਰਾਤ ਦਿਨ ਮਰੀ ਜਾ ਰਹੇ ਹਾਂ, 24-24 ਘੰਟੇ ਕੰਮ ਕਰੀ ਜਾ ਰਹੇ ਹਾਂ, ਫਿਰ ਭੁੱਖੇ ਤੇ ਭੁੱਖੇ, ਫਿਰ ਦੁਖੀ ਤੇ ਦੁਖੀ। ਇੰਨਾ ਇਨਸਾਨ ਅੱਜ ਤਰੱਕੀ ਕਰ ਲਈ, ਸਾਡੇ ਸਮਾਜ ਨੇ ਇੰਨੀ ਤਰੱਕੀ ਕਰ ਲਈ, ਸਾਡੇ ਦੇਸ਼ ਨੇ ਇੰਨੀ ਤਰੱਕੀ ਕਰ ਲਈ, ਹੈ ਨਾ? ਫਿਰ ਵੀ ਅਸੀਂ ਦੁਖੀ ਤੇ ਦੁਖੀ ਰਹੇ, ਫਿਰ ਵੀ ਸੁੱਖ ਨਹੀਂ ਮਿਲ ਸਕਿਆ। ਉਦੋਂ ਇੱਕ ਪਿੰਡ ਦੇ ਵਿੱਚ ਇੱਕ ਡਾਕਟਰ ਹੁੰਦਾ ਸੀ, ਵੈਦ ਹੁੰਦਾ ਸੀ, 5-5 ਪਿੰਡਾਂ ਦੇ ਲੋਕ ਉਹਦੇ ਕੋਲ ਆਉਂਦੇ ਹੁੰਦੇ ਸੀ। ਇੱਕ ਡਾਕਟਰ ਹੋਣਾ, ਉਹ ਨਾਲ ਦੇ ਪਿੰਡਾਂ ਦੇ ਲੋਕ ਵੀ ਉਹਦੇ ਕੋਲ ਦਵਾਈ ਲੈਣ ਵਾਸਤੇ ਆਉਂਦੇ ਸੀ। ਇੱਕ ਪੂੜੀ ਦੇ ਨਾਲ ਉਹਨਾਂ ਨੂੰ ਆਰਾਮ ਮਿਲ ਜਾਂਦਾ ਸੀ। ਪਹਿਲਾ ਸਮੇਂ ਦੇ ਵਿੱਚ ਇੱਕ ਪੂੜੀ ਡਾਕਟਰ ਦਿੰਦਾ ਸੀ, ਉਹਦੇ ਨਾਲ ਸਾਨੂੰ ਆਰਾਮ ਮਿਲ ਜਾਂਦਾ ਸੀ, ਬੰਦਾ ਠੀਕ ਹੋ ਜਾਂਦਾ ਸੀ, ਹੈ ਨਾ? 5-5 6-6 ਪਿੰਡਾਂ ਦਾ ਇੱਕੋ ਹੁੰਦਾ ਸੀ, ਡਾਕਟਰ ਹੁੰਦਾ ਸੀ। ਅੱਜ ਘਰ ਘਰ ਮਹੱਲਿਆਂ 'ਚ ਡਾਕਟਰ ਆ, ਇੱਕ ਗਲੀ ਵਿੱਚ ਵੱਡੇ ਵੱਡੇ ਹੌਸਪੀਟਲ ਬਣ ਗਏ, ਫਿਰ ਅਸੀਂ ਦੁਖੀ ਤੇ ਦੁਖੀ ਹਾਂ। ਇੰਨੀ ਸਹੂਲਤਾਂ ਹੋਣ ਦੇ ਬਾਅਦ ਸਾਡਾ ਇਲਾਜ ਨਹੀਂ ਹੋ ਪਾ ਰਿਹਾ। ਲੋਕ ਚੰਦ ਤਾਰਿਆਂ ਤੇ ਪਹੁੰਚ ਗਏ, ਹੈ ਨਾ? ਉੱਥੇ ਤਾਂ ਜ਼ਮੀਨਾਂ ਲੈਣ ਲੱਗ ਗਏ, ਪਰ ਆਪਣੇ ਆਪ ਨੂੰ ਤਾਂ ਕਦੇ ਜਾਣਿਆ ਹੀ ਨਹੀਂ ਹੈਗਾ, ਆਪਣੇ ਆਪ ਨੂੰ ਕਦੇ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਜੋ ਵੀ ਤਰੱਕੀਆਂ ਕੀਤੀਆਂ, ਆਪਣੇ ਵਿਨਾਸ਼ ਦਾ ਕਾਰਨ ਹੀ ਚੁਣਿਆ। ਜੋ ਵੀ ਸੰਸਾਰ ਦੇ ਵਿੱਚ ਹੋ ਰਿਹਾ, ਧਰਤੀ ਦੇ ਵਿੱਚ ਇਹਨੇ ਦੁੱਖ ਆ, ਸਭ ਇਨਸਾਨ ਹੀ ਇਹਦਾ ਜ਼ਿੰਮੇਵਾਰ ਆ। ਇਨਸਾਨ ਦੇ ਕਰਕੇ ਹੀ ਇਹ ਜੋ ਦੁੱਖ ਭੋਗ ਰਿਹਾ, ਇਨਸਾਨ ਆਪਣੇ ਕਰਮਾਂ ਕਰਕੇ ਹੀ ਆ। ਅਸੀਂ ਆਪਣੀ ਸਹੂਲਤਾਂ ਦੇ ਲਈ ਕੁਦਰਤ ਦਾ ਖਿਲਵਾੜ ਕਰੀ ਜਾ ਰਹੇ ਹਾਂ। ਅੱਜ ਦੁਖੀ ਹੈ ਨਾ ਇਨਸਾਨ, ਇਹ ਆਪਣੇ ਕਰਮਾਂ ਕਰਕੇ ਦੁਖੀ ਹੈ। ਇਸ 'ਚ ਪਰਮਾਤਮਾ ਦਾ ਕੋਈ ਦੋਸ਼ ਨਹੀਂ ਹੈਗਾ। ਹਰ ਕੋਈ ਆਪਣੇ ਬਾਰੇ ਸੋਚੀ ਜਾ ਰਿਹਾ, ਦੂਜੇ ਬਾਰੇ ਕੋਈ ਸੋਚਦਾ ਹੀ ਨਹੀਂ ਪਿਆ ਹੈਗਾ। ਬਸ ਮੈਂ ਹੀ ਇਕੱਠਾ ਕਰ ਲਾਂ, ਮੈਂ ਹੀ ਇਕੱਠਾ ਕਰ ਲਾਂ, ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜਾਵੇ। ਦੂਜੇ ਜੇਬਾਂ ਕੱਟੀ ਜਾਂਦੇ ਆ, ਦੂਜਿਆਂ ਦੇ ਗਲੇ ਕੱਟੀ ਜਾ ਰਹੇ ਆ, ਦੂਜਿਆਂ ਨਾਲ ਹੇਰਾ ਫੇਰੀ ਕਰੀ ਜਾ ਰਹੇ, ਦੂਜਿਆਂ ਨਾਲ ਬੇਈਮਾਨੀ ਕਰੀ ਜਾ ਰਹੇ, ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰੀ ਜਾ ਰਹੇ ਆ, ਨਸ਼ੇ ਵੇਚੀ ਜਾ ਰਹੇ ਆ। ਅੱਜ ਤੁਸੀਂ ਜਿੱਦਾਂ ਦਾ ਬੀਜ ਪਾਓਗੇ, ਤੁਹਾਨੂੰ ਉਹੀ ਕੱਲ੍ਹ ਨੂੰ ਵੱਢਣਾ ਪੈਣਾ। ਤੁਹਾਡੇ ਬੱਚਿਆਂ ਨੇ ਭੋਗਣਾ, ਤੁਹਾਡੇ ਪਰਿਵਾਰ ਨੇ ਭੋਗਣਾ। ਜਿਹੋ ਜਿਹਾ ਤਨ, ਉਹ ਜਿਹਾ ਅੰਨ, ਉਹ ਜਿਹਾ ਮਨ। ਹਜੇ ਵੀ ਸਮਾਂ ਹੈ, ਆਪਣੇ ਆਪ ਨੂੰ ਸੁਧਾਰ ਲਵੋ। ਹਜੇ ਵੀ ਸਮਾਂ, ਗੁਰੂ ਵਾਲੇ ਬਣ ਜਾਓ, ਗੁਰੂ ਦੇ ਨਾਲ ਜੁੜ ਜਾਓ, ਸੰਤ ਮਹਾਂਪੁਰਸ਼ਾਂ ਦੇ ਨਾਲ ਜੁੜ ਜਾਓ, ਉਹਨਾਂ ਦੀ ਸ਼ਰਨ ਵਿੱਚ ਜਾਓ, ਉਹਨਾਂ ਦੀ ਸੰਗਤ ਕਰੋ, ਗੁਰਮੁਖ ਪਿਆਰਿਆਂ ਦੀ ਸੰਗਤ ਕਰੋ, ਭਗਤਾਂ ਦੀ ਸੰਗਤ ਕਰੋ, ਜੇ ਤੁਸੀਂ ਆਪਣਾ ਜੀਵਨ ਬਦਲਣਾ ਚਾਹੁੰਦੇ ਹੋ। ਹਫ਼ਤੇ 'ਚ ਇੱਕ ਵਾਰ ਗੁਰੂ ਘਰ ਜਾਇਆ ਕਰੋ, ਮੰਦਿਰ ਜਾਇਆ ਕਰੋ, ਗੁਰਦੁਆਰਾ ਜਾਇਆ ਕਰੋ, ਮਸਜਿਦ ਜਾਇਆ ਕਰੋ, ਚਰਚ ਜਾਇਆ ਕਰੋ, ਹੈ ਨਾ? ਜੋ ਵੀ ਤੁਹਾਡੇ ਧਰਮਾਂ ਦੇ ਵਿੱਚ ਨੇ,
ਧਰਮਾਂ ਦੇ ਆਪਣੇ ਅਨੁਸਾਰ ਜੋ ਵੀ ਜਿਸ ਨੂੰ ਮੰਨਦਾ ਉੱਥੇ ਜਾ ਕੇ ਆਪਣੇ ਸੰਗਤ ਕਰਿਆ ਕਰੋ। ਕੋਸ਼ਿਸ਼ ਕਰਿਆ ਹਫਤੇ ਇੱਕ ਵਾਰ ਅਸੀਂ ਜਿੱਥੇ ਕਥਾ ਹੋਵੇ, ਕੀਰਤਨ ਹੋਵੇ, ਹਨਾ, ਸਤਸੰਗ ਹੋਵੇ, ਉੱਥੇ ਜਾਇਆ ਕਰੋ। 3 ਘੰਟੇ ਦੀ ਫਿਲਮ ਦੇਖਣ ਜੋਗੇ ਤੁਹਾਡੇ ਕੋਲ ਟਾਈਮ ਹੈਗਾ, ਪਰ ਗੁਰੂ ਦੇ ਲਈ ਭਗਤੀ ਕਰਨ ਲਈ ਤੁਹਾਡੇ ਕੋਲ 1 ਘੰਟਾ ਵੀ ਨਹੀਂ ਨਿਕਲਦਾ ਪਿਆ। ਅੱਖਾਂ ਪਾੜ ਕੇ ਅਸੀਂ ਥੀਏਟਰ ਵਿੱਚ ਫਿਲਮਾਂ ਦੇਖਦੇ ਹਾਂ, 3-3 ਘੰਟੇ ਫਿਲਮਾਂ ਦੇਖੀ ਜਾ ਰਹੇ, ਅੱਖਾਂ ਪਾੜ ਕੇ ਦੇਖੀ ਜਾ ਰਹੇ, ਪਰ ਜਦੋਂ ਸਿਮਰਨ ਦੀ ਵਾਰੀ ਆਉਂਦੀ ਉਦੋਂ ਤੁਹਾਨੂੰ ਨੀਂਦ ਆ ਜਾਂਦੀ ਹੈ। ਉਦੋਂ ਨੀਂਦ ਨਹੀਂ ਆਉਂਦੀ। ਜੋ ਪਾਠ ਕਰਨ ਦੀ ਵਾਰੀ ਆਉਂਦੀ ਉਦੋਂ ਤੁਹਾਨੂੰ ਵਾਸੀਆਂ ਆਉਣ ਲੱਗ ਪੈਂਦੀ, ਨੀਂਦ ਆਉਣ ਲੱਗ ਪੈਂਦੀ। ਕਦੋਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਵਾਂ, ਕਦੋਂ ਅਸੀਂ ਆਪਣੇ ਆਪ ਦਾ ਸਮਾਂ ਖਰਾਬ ਕਰਦੇ ਰਵਾਂਗੇ। ਹਜੇ ਵੀ ਸਮਾਂ, ਉਸ ਨੂੰ ਜਾਣ ਲਵੋ, ਉਸ ਨੂੰ ਪਹਿਚਾਣ ਲਵੋ। ਉਹਨੂੰ ਜਾਣਨ ਦੇ ਲਈ, ਉਹਨੂੰ ਪਹਿਚਾਨਣ ਦੇ ਲਈ, ਆਪਣੇ ਆਪ ਨੂੰ ਜਾਣਨ ਦੇ ਲਈ ਸਾਨੂੰ ਭਗਤੀ ਕਰਨੀ ਪੈਣੀ, ਬੰਦਗੀ ਕਰਨੀ ਪੈਣੀ। ਬਾਰ-ਬਾਰ ਭਗਤੀ ਕਰਕੇ ਹੀ ਛੁਟਕਾਰਾ ਮਿਲਣਾ ਹੈ। ਦੁੱਖਾਂ ਤੋਂ ਤੁਸੀਂ ਛੁਟਕਾਰਾ ਚਾਹੁੰਦੇ ਹੋ ਤਾਂ ਭਗਤੀ ਕਰੋ, ਸਿਮਰਨ ਕਰੋ, ਬੰਦਗੀ ਕਰੋ। सभी दुखों का एक उपाय बोलो ओम नमः शिवाय। सारे दुखों की दवाई सिमरन है, भक्ति है। चाहे अल्लाह कहो, चाहे वाहिगुरु करो, चाहे राम राम को, चाहे कृष्ण कृष्ण को, सारे ਉਹਦੇ ਹੀ ਨਾਮ ਨੇ। परमात्मा ਨੂੰ ਪਾਉਣ ਦੇ ਲਈ ਤੁਹਾਨੂੰ ਧਰਮ ਬਦਲਣ ਦੀ ਲੋੜ ਨਹੀਂ ਹੈਗੀ। ਆਪਣਾ ਰਾਸਤਾ ਬਦਲੋ, ਆਪਣਾ ਰਾਸਤਾ ਸਹੀ ਕਰੋ। ਜਿਸ ਵੀ ਧਰਮ ਵਿੱਚ ਰਹਿੰਦੇ ਹੋ ਉਸੇ ਧਰਮ ਵਿੱਚ ਰਹਿ ਕੇ अपनी बंदगी करो, अपनी भगती करी करो। अज असी लोग सच का हुक्का देने तो डरते हैं। कट्टरपंथा इन्नी साडे समाज में धर्मां प्रति वध गई हुई है। झूठ का प्रसार है, फिर कहते कि वो धर्म परिवर्तन करी जा रहे, वो आ बदली जा रहे, है ना। साडे विच कमियां आ, असी सच का हुक्का नहीं दे रहे। जिन्ने भी साडे धार्मिक स्थान ने, चाहे वह मंदिर आ, चाहे गुरुद्वारा आ, चाहे वह चर्च आ, चाहे वह मस्जिद आ, चाहे कोई सत्संग घर आ, चाहे किते भी आ, ਉਹਦੇ ਵਿੱਚ ਇੱਕ ਇਹੋ ਜਿਹਾ ਨਿਯਮ ਬਣਾਓ, ਸਵੇਰੇ ਸ਼ਾਮ ਉੱਥੇ ਸਿਮਰਨ ਦਾ ਅਭਿਆਸ ਹੋਣਾ ਚਾਹੀਦਾ। ਚਾਹੇ ਕੋਈ ਮਹੱਲੇ 'ਚ ਮੰਦਰ ਆ, ਚਾਹੇ ਗੁਰਦੁਆਰਾ, ਚਾਹੇ ਚਰਚ ਆ, ਚਾਹੇ ਮਸਜਿਦ ਆ, ਕੋਈ ਵੀ ਆ, ਹਰ ਗੁਰੂ ਘਰ ਦੇ ਵਿੱਚ ਸਵੇਰੇ ਸ਼ਾਮ ਸਿਮਰਨ ਹੋਣਾ ਚਾਹੀਦਾ। एक समय सैट करो सवेर का शाम का, कि इंसान उस टाइम तक आके 1 घंटे का चाहे अभ्यास रखो, चाहे 2 घंटे का अभ्यास रखो, है ना। सवेरे शाम गुरु घरां दे विच नाम सिमरन का अभ्यास होना चाहिए। इहो जिहा बनाओ। वो तां होवेगा जे तुसीं पहलां अपने आप नूं बदलोगे, अपने तो शुरुआत करांगे। जे तुसीं बंदगी करनी सीखी है तां ही तुसीं किसी नूं उहनां नाल जोड़ सकदे हो। असीं अपने आप नूं बदलण दी कोशिश नहीं करदे, असीं दुनिया नूं बदलण दी कोशिश करदे पए हां। ਅਸੀਂ ਆਪਣੇ ਅੰਦਰ ਦੀ ਕਮੀਆਂ ਦੂਰ ਨਹੀਂ ਕਰਦੇ, ਅਸੀਂ ਦੂਜਿਆਂ ਦੀ ਕਮੀਆਂ ਦੂਰ ਕਰਨ ਤੇ ਲੱਗੇ ਹੋਏ ਹਾਂ। ਅਸੀਂ ਆਪ ਪ੍ਰਮਾਤਮਾ ਨੂੰ ਨਹੀਂ ਜਾਣਦੇ ਹਾਂ, ਪ੍ਰਮਾਤਮਾ ਨੂੰ ਪਹਿਚਾਨਦੇ ਨੇ, ਅਸੀਂ ਦੂਜਿਆਂ ਨੂੰ ਪ੍ਰਮਾਤਮਾ ਦਿਖਾਈ ਜਾ ਰਹੇ ਹਾਂ। ਅਸੀਂ ਆਪ ਵਹਿਮਾਂ ਭਰਮਾਂ 'ਚ ਫਸੇ ਹੋਏ ਹਾਂ, ਦੂਜਿਆਂ ਨੂੰ ਅਸੀਂ ਵਹਿਮਾਂ ਭਰਮਾਂ 'ਚ ਕਿੱਦਾਂ ਕੱਢਾਂਗੇ? ਅਸੀਂ ਕਿੱਦਾਂ ਉਹਦਾ ਵਹਿਮ ਭਰਮ ਦੂਰ ਕਰਾਂਗੇ? ਜੇ ਅਸੀਂ ਆਪ ਨਿਕਲਾਂਗੇ ਤਾਂ ਹੀ ਦੂਜੇ ਤੇ ਕੱਢ ਸਕਦੇ ਹਾਂ। तो इस करके शुरुआत अपने आप तो करो, अपने अंदर दी कमियां दूर करो। हर इंसान गलतियां दा पुतला। गलतियां किहदे कोल हुंदियां? जिहड़ा काम करदा आ, कर्म करदा आ, उहदे कोल ही गलतियां हुंदियां। जिहड़े विहले बैठे रहिंदे निकम्मे हैगे, उहनां ओह नहीं गलतियां करदे, ओह तां मंनदे भी कि मैं गलती कीती है। जिहड़े लोग काम करदे ने, कर्म करदे ने, है ना, उहनां कोल गलतियां हुंदियां। इंसान है ही गलतियां दा पुतला आ। ठीक है ना। कुछ ना कुछ सीखण की कोशिश करो, अपने अंदर की कमियां दूर करो। साडे अंदर भी हज़ारां कमियां हैगियां, है ना। अपने अंदर की कमियां दूर करने की कोशिश करो। अपने आप अंदर के बदलाव तुहाडे अंदर विच आवेगा, बाहर आप ही बदलाव हो जाएगा। परमात्मा ने हर इंसान नूं हर चीज़ बराबर दित्ती आ। 2 हत्थ दित्ते ने, 2 लत्तां दित्ते ने, है ना, है ना, अखां दित्तियां ने, जीभा दित्ती है। हर चीज़ इंसान नूं बराबर बनाया परमात्मा ने। उन्हें तो कोई फर्क ही नहीं किया। असी लोग क्यों फर्क करी जा रहे हैं? परमात्मा की कोई जात नहीं हैगी, साडी की जात होवेगी? सूरज की, एडे बड़े सूरज की कोई जात नहीं हैगी, मामूली रोशनी की जात होवेगी? पानी की कोई जात नहीं हैगी, तुहाडी की जात होवेगी?
ਪਾਣੀ ਨੇ ਕਦੇ ਤੁਹਾਡੀ ਜਾਤ ਨਹੀਂ ਪੁੱਛੀ, ਹਵਾ ਨੇ ਕਦੇ ਤੁਹਾਡੀ ਜਾਤ ਨਹੀਂ ਪੁੱਛੀ, ਅੱਗ ਨੇ ਕਦੇ ਤੁਹਾਡੀ ਜਾਤ ਨਹੀਂ ਪੁੱਛੀ, ਧਰਤੀ ਨੇ ਕਦੇ ਤੁਹਾਡੀ ਜਾਤ ਨਹੀਂ ਪੁੱਛੀ, ਪਰਮਾਤਮਾ ਨੇ ਕਦੇ ਤੁਹਾਡੀ ਜਾਤ ਨਹੀਂ ਪੁੱਛੀ। ਤੁਸੀਂ ਕਿਹੜੇ ਜਾਤਾਂ ਪਾਤਾਂ ਦੇ ਚੱਕਰਾਂ 'ਚ ਫਸੇ ਹੋਏ ਆ? ਕਿਹੜੇ ਵਹਿਮਾਂ ਭਰਮਾਂ 'ਚ ਫਸੇ ਹੋਏ ਆ? ਉਹ ਲੋਕ ਫਸੇ ਹੋਏ ਆ, ਮਤਲਬ ਕਿ ਤੁਸੀਂ ਤਾਂ ਫਸੇ ਹੋ ਜੇ ਤੁਸੀਂ ਬੰਦਗੀ ਨਹੀਂ ਕਰਦੇ ਪਏ, ਤੁਸੀਂ ਭਗਤੀ ਨਹੀਂ ਕਰਦੇ ਪਏ, ਤੁਸੀਂ ਪ੍ਰਮਾਤਮਾ ਵੱਲ ਵਧੇ ਹੀ ਨਹੀਂ ਹੈਗੇ, ਤਾਂ ਹੀ ਤੁਸੀਂ ਇਹ ਚੱਕਰਾਂ 'ਚ ਫਸੇ ਹੋਏ ਆ। ਤੁਸੀਂ ਆਪਣੇ ਗੁਰੂ ਦਾ ਕਹਿਣਾ ਹੀ ਨਹੀਂ ਮੰਨਿਆ, ਗੁਰੂ ਦੇ ਬਚਨਾਂ ਤੇ ਫੁੱਲ ਹੀ ਨਹੀਂ ਚੜਾਏ, ਤਾਂ ਹੀ ਤੁਸੀਂ ਇਹ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਆ, ਤਾਂ ਹੀ ਇਹ ਤੁਸੀਂ ਵਹਿਮਾਂ ਭਰਮਾਂ ਦੇ ਫਸੇ ਹੋਏ ਆ, ਤਾਂ ਹੀ ਤੁਸੀਂ ਜਾਤਾਂ ਪਾਤਾਂ ਦੇ ਚੱਕਰਾਂ 'ਚ ਫਸੇ ਹੋਏ ਆ। ਤੁਸੀਂ ਗੁਰੂ ਨੂੰ ਜਾਣਿਆ ਨਹੀਂ, ਗੁਰੂ ਨੂੰ ਪਹਿਚਾਨਿਆ ਨਹੀਂ ਹੈਗਾ, ਗੁਰੂ ਦਾ ਕਹਿਣਾ ਹੀ ਨਹੀਂ ਮੰਨਿਆ ਹੈਗਾ। ਸਾਡੇ ਗੁਰੂਆਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਦੁਨੀਆ ਦੇ ਸੁਧਾਰਨ ਦੇ ਲਈ, ਦੁਨੀਆ ਉਧਾਰ ਲਈ ਕਿੰਨਾ ਕੁਛ ਨਹੀਂ ਕੀਤਾ। ਆਪਣਾ ਆਪ ਕੁਰਬਾਨ ਕਰ ਦਿੱਤਾ, ਆਪਣੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ, ਤੱਤੀਆਂ ਤਵੀਆਂ ਤੇ ਬੈਠ ਕੇ ਗੁਰੂ ਮਹਾਰਾਜ, ਫਿਰ ਵੀ ਅਸੀਂ ਉਸ ਨੂੰ ਜਾਣ ਨਹੀਂ ਸਕੇ, ਉਹਨਾਂ ਦਾ ਕਹਿਣਾ ਨਹੀਂ ਮੰਨ ਸਕੇ। ਹਜੇ ਵੀ ਸਮਾਂ ਹੈ, ਆਪਣੇ ਆਪ ਨੂੰ ਬਦਲ ਲਓ, ਨਾਮ ਦੇ ਨਾਲ ਜੁੜੋ, ਬੰਦਗੀ ਨਾਲ ਜੁੜ ਜਾਓ, ਭਗਤੀ ਨਾਲ ਜੁੜ ਜਾਓ। ਨਾਮ ਖੁਮਾਰੀ ਨਾਨਕਾ ਚੜੀ ਰੇ ਦਿਨ ਰਾਤ, ਇਹੋ ਜਿਹੇ ਬਣ ਜਾਓ, ਹਰ ਸਮੇਂ ਤੁਹਾਡੇ ਨਾਮ ਦੇ ਰੰਗ 'ਚ ਰੰਗੇ ਰਹੋ। ਹੱਥ ਕਾਰਵਾ ਰੱਖੋ, ਦਿਲ ਯਾਰਵਾ ਰੱਖੋ। ਗੁਰੂ ਵਾਲੇ ਬਣ ਗਏ ਹੋ ਤਾਂ ਘਰੇ ਬੈਠ ਕੇ ਅੰਮ੍ਰਿਤ ਵੇਲੇ ਸੰਭਾਲ ਕਰਨ ਦੀ ਕੋਸ਼ਿਸ਼ ਕਰੋ। ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਬੰਦਗੀ ਕਰੋ, ਭਗਤੀ ਕਰੋ। ਘੱਟੋ ਘੱਟ 24 ਘੰਟੇ, ਦਸਵੰਧ 2.5 ਘੰਟੇ ਬਣਦਾ, 2.5 ਘੰਟੇ ਰੋਜ਼ ਤੁਹਾਡਾ ਘੱਟੋ ਘੱਟ ਅਭਿਆਸ ਹੋਣਾ ਚਾਹੀਦਾ। ਜਿੰਨਾ ਤੁਸੀਂ ਗੁੜ ਪਾਓਗੇ ਉਨਾ ਮਿੱਠਾ ਹੋਵੇਗਾ, ਜਿੰਨਾ ਤੁਸੀਂ ਵੱਧ ਬੰਦਗੀ ਕਰੋਗੇ ਤੁਹਾਨੂੰ ਉਨਾ ਹੀ ਫਾਇਦਾ ਹੋਵੇਗਾ। ਠੀਕ ਆ, ਬਾਹਰ ਨਾਲੋਂ ਅੰਦਰ ਜੁੜਨ ਦੀ ਕੋਸ਼ਿਸ਼ ਕਰੋ। ਜੋ ਗੁਰੂ ਮਹਾਰਾਜ ਸਾਡੇ ਕਹਿ ਰਹੇ ਆ, ਜੋ ਉਹਨਾਂ ਨੇ ਆਪਣੇ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਗਿਆ, ਉਹਨੂੰ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼ ਕਰੋ। ਜੇ ਗੁਰੂ ਸਾਹਿਬ ਕਹਿੰਦੇ ਅਸੀਂ ਬਾਹਰੋਂ ਇੱਕ ਖਾਣਾ ਬਣਾਉਣ ਵਾਲੀ ਕਿਤਾਬ ਲੈ ਆਉਂਦੇ ਹਾਂ, ਰੋਟੀ ਬਣਾਉਣ ਵਾਲੀ ਕਿਤਾਬ ਲੈ ਆਉਂਦੇ, ਸਬਜ਼ੀ ਬਣਾਉਣ ਵਾਲੀ ਕੋਈ ਕਿਤਾਬ ਲੈ ਆਉਂਦੇ ਹਾਂ, ਕਿ ਕਿਤਾਬ ਪੜ੍ਹਨ ਦੇ ਨਾਲ ਕੀ ਸਬਜ਼ੀ ਤਿਆਰ ਹੋ ਜਾਏਗੀ? ਕਿਤਾਬ ਪੜ੍ਹਨ ਦੇ ਨਾਲ ਕੀ ਰੋਟੀ ਬਣ ਜਾਵੇਗੀ? ਨਹੀਂ ਬਣੇਗੀ ਨਾ। ਸਾਨੂੰ ਜੋ ਉਸ ਕਿਤਾਬ ਪੜ੍ਹਾਂਗੇ, ਉਸ ਕਿਤਾਬ ਵਿੱਚ ਲਿਖਿਆ ਆਇਆ ਕਿ ਇੰਨੀ ਮਿਰਚ ਪਾਣੀ ਆ, ਇੰਨਾ ਮਸਾਲਾ ਪਾਉਣਾ ਆ, ਇੱਦਾਂ ਇਹ ਤੜਕਾ ਲੈਣਾ, ਇੰਨਾ ਕੁਛ ਪਾਣੀ ਪਾਉਣਾ, ਠੀਕ ਹੈ ਨਾ। ਉੱਦਾਂ ਅਸੀਂ ਪ੍ਰੈਕਟੀਕਲ ਕਰਾਂਗੇ ਤਾਂ ਹੀ ਸਬਜ਼ੀ ਬਣੇਗੀ, ਤਾਂ ਹੀ ਰੋਟੀ ਬਣੇਗੀ, ਤਾਂ ਹੀ ਸਾਨੂੰ ਉਹਦੇ ਸਵਾਦ ਦਾ ਪਤਾ ਲੱਗੇਗਾ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਸਮੇਂ-ਸਮੇਂ ਤੇ ਹਨਾ, ਪਰਮਾਤਮਾ ਨੇ ਸਾਡੇ ਧਰਮਾਂ ਦੇ ਜੋ ਵੀ ਧਾਰਮਿਕ ਗ੍ਰੰਥ ਬਣੇ ਨੇ, ਸਾਨੂੰ ਉਹ ਪੜ੍ਹ ਕੇ ਉਹਨਾਂ ਤੇ ਵਿਚਾਰ ਕਰਨਾ ਚਾਹੀਦਾ, ਉਹਦਾ ਉੱਤੇ ਅਮਲ ਕਰਨਾ ਚਾਹੀਦਾ, ਉਹਦਾ ਸਾਨੂੰ ਆਪਣਾ ਜੀਵਨ ਬਣਾਉਣਾ ਚਾਹੀਦਾ। ਪਰ ਅਸੀਂ ਲੋਕਾਂ ਨੇ ਪੜ੍ਹਨ ਤੱਕ ਹੀ ਮਤਲਬ ਰੱਖਿਆ, ਪੜ੍ਹੀ ਜਾਂਦੇ, ਕਦੇ ਸੱਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਅੰਦਰ ਜਾਣ ਦੀ ਨਹੀਂ ਕੋਸ਼ਿਸ਼ ਕੀਤੀ। ਅਸੀਂ ਬਾਹਰ ਨੂੰ ਹੀ ਆਪਣਾ ਸਭ ਕੁਝ ਸਮਝਿਆ। ਗੁਰੂ ਮਹਾਰਾਜ ਸਾਫ਼-ਸਾਫ਼ ਕਹਿ ਰਹੇ, ਬੇਟੇ ਤੁਸੀਂ ਜੋ ਵੀ ਇਹਨਾਂ ਅੱਖਾਂ ਨਾਲ ਦੇਖਦੇ ਪਏ ਆ, ਸਭ ਇੱਕ ਨਾਸ਼ਵਾਨ ਆ, ਸਭ ਇੱਕ ਖਤਮ ਹੋਣ ਵਾਲਾ ਆ। ਇਹ ਸੱਚ ਨਹੀਂ ਹੈਗਾ, ਇਹ ਝੂਠ ਆ ਸਾਰਾ ਕੁਝ। ਇਹ ਜਗਤ ਸਾਰਾ ਝੂਠਾ ਆ, ਝੂਠ ਆ ਸਭ ਕੁਝ, ਇਹ ਸੱਚ ਨਹੀਂ ਹੈਗਾ। ਠੀਕ ਹੈ ਨਾ। ਇਸ ਕਰਕੇ ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ। ਮੇਰੀ ਆਪ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ, ਐਵੇਂ ਲੜਾਈ ਝਗੜਿਆਂ ਨਾ ਕਰੋ, ਇੱਕ ਦੂਜੇ ਦੀ ਨਿੰਦਿਆ ਨਾ ਕਰੋ, ਇੱਕ ਦੂਜੇ ਨਾਲ ਹੇਰਾ ਫੇਰੀਆਂ ਨਾ ਕਰੋ। ਠੀਕ ਹੈ ਨਾ। ਸਾਰਿਆਂ ਦਾ ਸਤਿਕਾਰ ਕਰੋ, ਸਾਰੇ ਧਰਮਾਂ ਦਾ ਸਤਿਕਾਰ ਕਰੋ। ਇਹ ਤੁਸੀਂ ਲੋਕਾਂ ਨੇ ਇਹ ਧਰਮ ਬਣਾਏ ਨਾ, ਤੁਸੀਂ ਲੋਕਾਂ ਨੇ ਜਾਤਾਂ ਪਾਤਾਂ ਬਣਾਈਆਂ। ਉਸ ਪਰਮਾਤਮਾ ਦੀ ਕੋਈ ਜਾਤ ਨਹੀਂ ਹੈਗੀ, ਹੈ ਨਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛੇ। ਉੱਥੇ ਕਿਸੇ ਨੇ ਜਾਤ ਪਾਤ ਨਹੀਂ ਪੁੱਛਣੀ, ਉੱਥੇ ਕਰਮ ਦੇਖੇ ਜਾਣੇ, ਤੁਸੀਂ ਕਿਹੜੇ ਕਰਮ ਕੀਤੇ ਨੇ। ਚੰਗੇ ਕਰਮ ਕੀਤੇ ਚੰਗਾ ਮਿਲ ਜਾਵੇਗਾ, ਮਾੜਾ ਕੀਤਾ ਤਾਂ ਮਾੜਾ ਹੀ ਤੁਹਾਨੂੰ ਮਿਲੇਗਾ। ਭਗਤੀ ਤੁਸੀਂ ਕਰਦੇ ਹੋ, ਰੋਜ਼ ਬੰਦਗੀ ਕਰਦੇ ਹੋ, ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਮੰਗਿਆ ਕਰੋ, ਗੁਰੂ ਦੇ ਕੋਲੋਂ ਗੁਰੂ ਨੂੰ ਹੀ ਮੰਗਿਆ ਕਰੋ, ਰੱਬ ਦੇ ਕੋਲੋਂ ਰੱਬ ਨੂੰ ਹੀ ਮੰਗਿਆ ਕਰੋ। ਸੰਸਾਰ ਦੇ ਪਦਾਰਥ ਨਾ ਮੰਗੋ, ਸੰਸਾਰ ਦੀ ਚੀਜ਼ਾਂ ਮੰਗਣ ਦੀ ਲੋੜ ਨਹੀਂ ਹੈਗੀ। ਤੁਝ ਬਿਨ ਹੋਰ ਕੀ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਮੰਗ ਲਵੋ।
ਰੋਜ਼ ਸਿਮਰਨ ਕਰੋ, ਕੋਈ ਛੁੱਟੀ ਨਹੀਂ ਕਰਨੀ, ਕਿਸੇ ਨੇ ਕੋਈ ਨਾ ਕਰਨੀ। ਜੇ ਤੁਸੀਂ ਆਪਣੇ ਗੁਰੂ ਨਾਲ ਪ੍ਰੇਮ ਕਰਦੇ ਹੋ, ਆਪਣੇ ਸੰਤ ਮਹਾਂਪੁਰਸ਼ਾਂ ਨਾਲ ਤੁਸੀਂ ਪ੍ਰੇਮ ਕਰਦੇ ਹੋ, ਤਾਂ ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ। ਭਗਤੀ ਕਰਨ ਦਾ ਕੋਈ ਉਮਰ ਨਹੀਂ ਹੁੰਦੀ, ਇਹ ਹਰ ਉਮਰ 'ਚ ਕੀਤੀ ਜਾ ਸਕਦੀ ਹੈ, ਪਰ ਅੱਜ ਹੀ ਕੀਤੀ ਜਾ, ਕੱਲ੍ਹ ਨਹੀਂ ਕੀਤੀ ਜਾ ਸਕਦੀ। ਭਗਤੀ ਅੱਜ ਹੀ ਕਰਨ ਵਾਲਾ ਕੰਮ ਆ, ਕੱਲ੍ਹ ਕਰਨ ਵਾਲਾ ਕੰਮ ਨਹੀਂ। ਕੱਲ੍ਹ ਕਦੇ ਨਹੀਂ ਹੋਇਆ, ਕੱਲ੍ਹ ਕਦੇ ਨਹੀਂ ਆਇਆ, ਕੱਲ੍ਹ ਫਿਰ ਅੱਜ ਹੋ ਜਾਣਾ। ਇਹ ਅੱਜ ਕਰਨ ਦਾ ਵਿਸ਼ਾ ਹੈ। ਅੱਜ ਹੀ ਭਗਤੀ ਕਰੋ, ਅੱਜ ਹੀ ਸਿਮਰਨ ਕਰੋ, ਅੱਜ ਹੀ ਬੰਦਗੀ ਕਰੋ। ਇਹਨੂੰ ਕੱਲ੍ਹ ਤੇ ਨਾ ਛੱਡੋ ਕਿ ਮੈਂ ਕੱਲ੍ਹ ਕਰਾਂਗਾ, ਹੈ ਨਾ। ਕੱਲ੍ਹ ਕਿਹਨੇ ਦੇਖੀ ਆ, ਕੱਲ੍ਹ ਫਿਰ ਅੱਜ ਹੋ ਜਾਣਾ। ਅੱਜ ਦਾ ਕੰਮ ਅੱਜ ਹੀ ਖਤਮ ਕਰ ਲਓ। ਰੋਜ਼ ਤੁਸੀਂ ਆਪਣਾ ਕੰਮ, ਰੋਜ਼ ਦਾ ਰੋਜ਼ ਕੰਮ ਕਰੋਗੇ, ਤੁਹਾਡੇ ਸਿਰ ਤੇ ਬੋਝ ਨਹੀਂ ਪਵੇਗਾ। ਜੇ ਇੱਕ ਹਫ਼ਤੇ ਦਾ ਤੁਸੀਂ ਇਕੱਠਾ ਕੰਮ ਕਰ ਲਓਗੇ, ਤੁਹਾਡੇ ਕਿੰਨਾ ਬੋਝ ਪਵੇਗਾ। ਤੁਹਾਨੂੰ ਨੀਂਦ ਨਹੀਂ ਆਵੇਗੀ, ਡਿਪਰੈਸ਼ਨ ਚਲੇ ਜਾਓਗੇ, ਨੀਂਦ ਦੀਆਂ ਗੋਲੀਆਂ ਖਾਓਗੇ। ਜੇ ਤੁਸੀਂ ਰੋਜ਼ ਕੰਮ ਕਰੋਗੇ, ਰੋਜ਼ ਆਪਣਾ ਕੰਮ, ਰੋਜ਼ ਦਾ ਕੰਮ ਰੋਜ਼ ਹੀ ਖਤਮ ਕਰੋਗੇ, ਤੁਹਾਡਾ ਮਨ ਸ਼ਾਂਤ ਰਹੇਗਾ, ਤੁਸੀਂ ਹਮੇਸ਼ਾ ਖੁਸ਼ ਰਹੋਗੇ। ਇਸੇ ਤਰ੍ਹਾਂ ਸੰਸਾਰ ਦੇ ਤੁਸੀਂ ਇੰਨਾ ਕੰਮ ਕਰਦੇ ਹੋ, ਤਾਂ ਭਗਤੀ ਵੀ ਕਰਿਆ ਕਰੋ, ਬੰਦਗੀ ਕੀ ਕਰਿਆ ਕਰੋ। ਇਹ ਵੀ ਤੁਹਾਡਾ ਰੋਜ਼ ਦਾ ਇੱਕ ਕੰਮ ਆ। ਇਹ ਮਨੁੱਖੀ ਜਾਮੇ ਦਾ, ਇਸ ਇਨਸਾਨੀ ਜਾਮੇ ਦਾ, ਇਨਸਾਨੀ ਚੋਲੇ ਦਾ, ਇਸ ਦੇਹ ਦਾ ਪਹਿਲਾ ਫਰਜ਼ ਆ ਬੰਦਗੀ ਕਰਨਾ, ਭਗਤੀ ਕਰਨਾ। ਫਿਰ ਉਸ ਤੋਂ ਬਾਅਦ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ, ਠੀਕ ਹੈ ਨਾ। ਐਵੇਂ ਪਿੱਛੇ ਨਾ ਭੱਜੋ, ਇਹਨੇ 24 ਘੰਟੇ ਕੰਮ ਨਾ ਕਰੋ। ਆਪਣਾ ਇੱਕ ਜ਼ਿੰਦਗੀ ਦਾ, ਇੱਕ ਜੀਵਨ ਦਾ ਨਿਯਮ ਬਣਾਓ ਕਿ ਮੈਂ ਇੰਨੇ ਘੰਟੇ ਕੰਮ ਕਰਨਾ, ਇੰਨੇ ਘੰਟੇ ਪਰਿਵਾਰ ਨੂੰ ਦੇਣੇ ਆ, ਇੰਨੇ ਘੰਟੇ ਮੈਂ ਸੋਣਾ ਆ, ਇੰਨੇ ਘੰਟੇ ਮੈਂ ਬੰਦਗੀ ਕਰਨੀ, ਭਗਤੀ ਕਰਨੀ ਆ। ਇਹ ਫੈਸਲਾ ਤੁਸੀਂ ਕਰਨਾ, ਇਹ ਤੁਹਾਡੇ ਹੱਥ ਵਿੱਚ ਆ। ਪਰਮਾਤਮਾ ਨੇ ਤੁਹਾਨੂੰ, ਉਸ ਰੱਬ ਨੇ ਤੁਹਾਨੂੰ ਮਾਲਕ ਬਣਾ ਕੇ ਸੰਸਾਰ ਵਿੱਚ ਭੇਜਿਆ, ਕੋਰਾ ਚੈੱਕ ਬਣਾ ਕੇ ਭੇਜਿਆ ਤੁਹਾਨੂੰ, ਜੋ ਮਰਜ਼ੀ ਭਰੀ ਜਾਓ। ਤੁਸੀਂ ਕੰਡੇ ਬੀਜਣੇ ਆ, ਉਹਦਾ ਫਲ ਤਾਂ ਤੁਹਾਨੂੰ ਹੀ ਮਿਲਣਾ ਹੈ, ਠੀਕ ਹੈ ਨਾ। ਅੱਛੇ ਕਰਮ ਕਰੋਗੇ, ਅੱਛਾ ਮਿਲੇਗਾ, ਮਾੜੇ ਕਰੋਗੇ, ਮਾੜਾ ਮਿਲੇਗਾ। ਅੱਜ ਤੁਸੀਂ ਦੁਖੀ ਹੋ, ਇੰਨੇ ਪਰੇਸ਼ਾਨ ਹੋ, ਹਾਏ ਹਾਏ ਕਰਦੇ ਹੋ, ਇਹ ਤੁਹਾਡੇ ਆਪ ਦੇ ਹੀ ਕਰਮ ਆ। ਜੇ ਤੁਸੀਂ ਇਹਨਾਂ ਤੋਂ ਛੁਟਕਾਰਾ ਚਾਹੁੰਦੇ ਹੋ, ਤਾਂ ਬੰਦਗੀ ਕਰੋ, ਭਗਤੀ ਕਰੋ। ਸੰਸਾਰ 'ਚ ਇਹੋ ਜਿਹੀ ਕੋਈ ਤਾਕਤ ਨਹੀਂ ਜਿਹੜੇ ਤੁਹਾਨੂੰ ਕਰਮਾਂ ਤੋਂ ਬਚਾ ਸਕੇ। ਕਰਮਾਂ ਦਾ ਭੁਗਤਾਨ ਤੁਹਾਨੂੰ ਕਰਨਾ ਹੀ ਪੈਣਾ। ਪਰ ਇੱਕ ਭਗਤੀ ਇਹੋ ਜਿਹੀ ਚੀਜ਼ ਆ, ਨਾਮ ਦੇ ਵਿੱਚ ਇਹੋ ਜਿਹੀ ਤਾਕਤ ਆ, ਭਗਤੀ ਵਿੱਚ ਇਹੋ ਜਿਹੀ ਤਾਕਤ ਆ, ਉਹ ਜਿਹੜੇ ਤੁਹਾਡੇ ਵੱਡੇ ਕਰਮ ਨੇ, ਭਾਰੀ ਜਿਹੜੇ ਕਰਮ ਨੇ, ਉਹ ਹਲਕੇ ਹੋ ਜਾਣਗੇ, ਉਹ ਛੋਟੇ ਹੋ ਜਾਣਗੇ, ਤੁਹਾਨੂੰ ਮਹਿਸੂਸ ਨਹੀਂ ਹੋਣਗੇ, ਪਰ ਕਰਮਾਂ ਦਾ ਭੁਗਤਾਨ ਤੁਹਾਨੂੰ ਕਰਨਾ ਪੈਣਾ ਹੈ, ਠੀਕ ਹੈ। ਜੇ ਦੁੱਖਾਂ ਛੁਟਕਾਰਾ ਚਾਹੁੰਦੇ ਹੋ, ਤਾਂ ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ, ਠੀਕ ਹੈ। ਦਾਸ ਕੋਲੋਂ ਕੁਛ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ, ਤਾਂ ਦਾਸ ਨੂੰ ਮਾਫ ਕਰ ਦੇਣਾ। ਪਰ ਜੋ ਸੱਚ ਆ, ਹੈ ਨਾ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਕਦੇ ਬੈਠ ਕੇ ਵਿਚਾਰ ਕਰਿਆ ਕਰੋ। ਸ੍ਰਿਸ਼ਟੀ ਦਾ ਇੱਕ ਨਿਯਮ ਆ, ਹਰ ਕਿਸੇ ਦਾ ਆਉਣ ਦਾ ਰਸਤਾ ਉਹੀ ਆ, ਜਾਣ ਦਾ ਰਸਤਾ ਉਹੀ ਆ। ਸ੍ਰਿਸ਼ਟੀ ਦਾ ਨਿਯਮ ਆ, ਕੁਦਰਤ ਦਾ ਇੱਕ ਨਿਯਮ ਆ, ਜੋ ਧਰਤੀ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਆ। ਉਸ ਰੱਬ ਨੂੰ ਵੀ, ਉਸ ਅੱਲਾ ਵਾਹਿਗੁਰੂ ਨੂੰ ਵੀ ਆਪਣੀ ਪਹਿਚਾਣ ਦੇਣ ਦੇ ਲਈ ਇਹ ਇਨਸਾਨੀ ਚੋਲਾ ਲੈਣਾ ਪਿਆ, ਇਹ ਇਨਸਾਨੀ ਜਾਮਾ ਲੈਣਾ ਪਿਆ, ਅਵਤਾਰ ਲੈ ਕੇ ਇਸ ਸੰਸਾਰ ਵਿੱਚ ਅਵਤਾਰ ਲੈਣਾ ਪਿਆ। ਤੁਸੀਂ ਕਿਤੇ ਵਿਚਾਰ ਤਾਂ ਕਰੋ, ਬੈਠ ਕੇ ਦੇਖੋ ਤਾਂ ਤੁਸੀਂ, ਆਪਣੇ ਆਪ ਨੂੰ ਸਮੇਂ ਤਾਂ ਦਿਓ। ਪਰ ਦੁਨੀਆ ਦੀ ਭੱਜ ਦੌੜ ਦੇ ਵਿੱਚ, ਪੈਸੇ ਦੀ ਦੌੜ ਦੇ ਵਿੱਚ ਤੁਸੀਂ ਪਰਮਾਤਮਾ ਨੂੰ ਜਾਣ ਹੀ ਨਹੀਂ ਪਾ ਰਹੇ, ਉਹਨੂੰ ਮਹਿਸੂਸ ਹੀ ਨਹੀਂ ਕਰਦੇ ਪਏ। ਆਪਣੀ ਇਹ ਬਾਤ ਜਿਹੜੀ ਆ ਭੱਜ ਦੌੜ ਖਤਮ ਕਰੋ, ਥੋੜ੍ਹੀ ਇਹਨੂੰ ਘਟਾਓ, ਹੈ ਨਾ। ਪਰਮਾਤਮਾ ਨਾਲ ਜੋੜੋ, ਆਪਣੀ ਬੰਦਗੀ ਕਰੋ, ਭਗਤੀ ਕਰੋ। ਸੱਚ ਨੂੰ ਜਾਣਨਾ ਚਾਹੁੰਦੇ ਹੋ ਤਾਂ ਭਗਤੀ ਕਰੋ, ਰੱਬ ਨੂੰ ਦੇਖਣਾ ਚਾਹੁੰਦੇ ਹੋ ਤਾਂ ਭਗਤੀ ਕਰੋ, ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹੋ ਤਾਂ ਭਗਤੀ ਕਰੋ, ਸਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਭਗਤੀ ਕਰੋ, ਸਦਾ ਸੁੱਖ ਚਾਹੁੰਦੇ ਹੋ ਤਾਂ ਭਗਤੀ ਕਰੋ, ਬੰਦਗੀ ਕਰੋ, ਸਿਮਰਨ ਕਰੋ। ਬਿਨਾਂ ਸਿਮਰਨ ਤੋਂ ਕੁਝ ਨਹੀਂ ਹੈਗਾ। ਇਹ ਤੁਹਾਡੀ ਆਪਣੀ ਦੌਲਤ ਆ, ਜਿਹੜੀ ਸਦਾ ਤੁਹਾਡੇ ਨਾਲ ਰਹਿਣੀ ਆ, ਇੱਥੇ ਵੀ ਤੇ ਉੱਥੇ ਵੀ। ਸੰਸਾਰ ਦੀ ਕਮਾਈ ਤਾਂ ਜੇ ਕਾਗਜ਼ ਦੇ ਟੁਕੜੇ ਦਾ, ਸੰਸਾਰ ਵਿੱਚ ਤੁਹਾਡੇ ਮਰਨ ਤੋਂ ਤੱਕ ਖੋਹ ਲੈਣੇ, ਸ਼ਮਸ਼ਾਨ ਘਾਟ ਤੱਕ ਹੀ ਇਨਸਾਫ ਆਵੇ। ਅਸੀਂ ਬਾਹਰ ਅਮਰੀਕਾ ਵਿੱਚ ਜਾਣਾ ਹੋਵੇ, ਤਾਂ ਸਾਡੇ ਉੱਥੇ ਇੰਡੀਆ ਦੀ ਕਰੰਸੀ ਕੰਮ ਨਹੀਂ ਆਉਂਦੀ, ਸਾਨੂੰ ਉੱਥੇ ਡਾਲਰ ਲੈਣੇ ਪੈਣੇ ਆ, ਉੱਧਰ ਦੀ ਕਰੰਸੀ ਲੈਣੀ ਪੈਣੀ ਆ। ਇੱਥੇ ਇੰਡੀਆ ਦਾ ਪੈਸਾ ਬਾਹਰ ਦੀ ਕੰਟਰੀ 'ਚ ਨਹੀਂ ਚੱਲਦਾ, ਠੀਕ ਹੈ ਨਾ। ਇੰਡੀਆ ਦਾ ਜਿਹੜਾ ਪੈਸਾ, ਜੇ ਬਾਹਰ ਦੀ ਕੰਟਰੀ ਜਾਵਾਂਗੇ, ਕੈਨੇਡਾ ਜਾਵਾਂਗੇ ਜਾਂ ਅਮਰੀਕਾ ਜਾਂ, ਸਾਨੂੰ ਉੱਥੇ ਡਾਲਰ ਲੈਣੇ ਪੈਣੇ ਆ।
ਇਸੇ ਤਰ੍ਹਾਂ ਜਿਹੜੀ ਨਾਮ ਦੀ ਕਮਾਈ ਆ, ਬੰਦਗੀ ਭਗਤੀ ਕਮਾਈ ਆ, ਰੱਬ ਦੇ ਘਰ ਅਸੀਂ ਜਦੋਂ ਜਾਣਾ, ਸਾਡੇ ਉੱਤੇ ਸੰਸਾਰ ਦੀ ਦੌਲਤ ਕੰਮ ਨਹੀਂ ਆਣੀ, ਸੰਸਾਰ ਦੀ ਮਾਇਆ ਕੰਮ ਨਹੀਂ ਆਣੀ। ਸਾਨੂੰ ਉੱਥੇ ਕਿਹੜੀ ਕੰਮ ਆਣੀ? ਨਾਮ ਦੀ ਕਮਾਈ, ਬੰਦਗੀ ਦੀ ਕਮਾਈ, ਭਗਤੀ ਉੱਥੇ ਬੋਲਣੀ ਤੁਹਾਡੀ, ਬੰਦਗੀ ਬੋਲਣੀ ਹੈ ਤੁਹਾਡੀ, ਉਹ ਕੰਮ ਆਣੀ ਉੱਥੇ, ਨਾਮ ਦੀ ਕਮਾਈ ਕੰਮ ਆਣੀ। ਫਿਰ ਤੁਸੀਂ ਸਿਮਰਨ ਕਿਉਂ ਨਹੀਂ ਕਰਦੇ ਪਏ? ਤੁਸੀਂ ਇਸ ਸਰੀਰ ਨੂੰ, ਇਸ ਨੂੰ ਸੋਹਣਾ ਸੋਹਣਾ ਬਣਾਈ ਜਾ ਰਹੇ ਹੋ, ਰੋਜ਼ ਸ਼ੀਸ਼ੇ ਮੂਹਰੇ ਕਰ ਕਰਕੇ ਆਪਣਾ ਸਮਾਂ ਖਰਾਬ ਕਰੀ ਜਾ ਰਹੇ ਹੋ। ਕਦੇ ਤੁਸੀਂ ਸ਼ੀਸ਼ਾ ਤੁਹਾਨੂੰ ਇਹ ਨਹੀਂ ਦੱਸਦਾ ਕਿ ਉਮਰ ਢਲਦੀ ਪਈ ਆ, ਪਹਿਲਾਂ ਕਾਲੇ ਬਾਲ ਸੀ ਹੁਣ ਚਿੱਟੇ ਆ ਗਏ ਆ, ਹਨਾ? ਦੰਦ ਸੀ, ਦੰਦ ਘਟਣੇ ਸ਼ੁਰੂ ਹੋ ਗਏ ਆ, ਹਨਾ? ਕੀ ਤੁਹਾਨੂੰ ਸ਼ੀਸ਼ਾ ਤੁਹਾਨੂੰ ਸੱਚ ਦੱਸਦਾ ਨਹੀਂ ਹੈਗਾ ਕਿ ਤੁਸੀਂ ਸੱਚ ਦੇਖਣਾ ਨਹੀਂ ਚਾਹੁੰਦੇ? ਤੁਸੀਂ ਸ਼ੀਸ਼ੇ ਮੇ ਰੋਜ਼ ਖੜ ਕਰਕੇ ਸਵੇਰੇ ਉੱਠ ਕੇ ਸ਼ੀਸ਼ਾ ਦੇਖਦੇ ਹੋ, ਆਪਣੇ ਆਪ ਨੂੰ ਸਜਾਉਂਦੇ ਆ, ਕਦੇ ਆਪਣੀ ਆਤਮਾ ਨੂੰ ਸਜਾਉਣ ਦੀ ਕੋਸ਼ਿਸ਼ ਕਰੋ, ਕਦੇ ਆਪਣੇ ਅੰਦਰ ਝਾਤੀ ਤਾਂ ਮਾਰੋ। ਆਪਾਂ ਬਾਹਰਲੇ ਚੰਮ ਨੂੰ ਦੇਖੀ ਜਾਂਦੇ, ਇਹ ਥੋੜਾ ਖੁੱਚ ਕੇ ਤਾਂ ਦੇਖੋ, ਥੋੜਾ, ਹਨਾ? ਇਹਦੇ ਅੰਦਰੋਂ ਕਿੰਨੀ ਬਦਬੂ ਆਵੇਗੀ, ਕਿੰਨਾ ਖੂਨ ਆਵੇ, ਕਿੰਨਾ ਗੰਦ ਆਵੇਗਾ, ਹਨਾ? ਕਦੇ ਦੇਖੋ ਤਾਂ ਸਹੀ, ਪ੍ਰੈਕਟੀਕਲ ਕਰਕੇ ਦੇਖੋ, ਤੁਹਾਨੂੰ ਇਹ ਸਰੀਰ ਤੋਂ ਹੀ ਨਫ਼ਰਤ ਹੋ ਜਾਏਗੀ। ਬਾਹਰ ਸੋਹਣਾ ਤੁਸੀਂ ਇੰਨਾ ਬਣਾਉਂਦੇ ਹੋ, ਆਪਣੀ ਆਤਮਾ ਨੂੰ ਵੀ ਸੋਹਣਾ ਬਣਾਓ, ਆਪਣੇ ਆਪ ਨੂੰ ਇੰਨਾ ਸੋਹਣਾ ਬਣਾਓ। ਨਿਖਾਰ ਜਦੋਂ ਸਾਡਾ ਭਗਤੀ ਕਰਾਂਗੇ, ਨਾਮ ਜਪਾਂਗੇ, ਬੰਦਗੀ ਕਰਾਂਗੇ, ਸਾਡੇ ਚਿਹਰੇ 'ਤੇ ਨਿਖਾਰ ਆਵੇਗਾ, ਸਾਡੇ ਚਿਹਰੇ ਦੀ ਰੌਣਕ ਬਦਲੇਗੀ। ਇੱਕ ਵਾਰ ਤੁਸੀਂ ਦੇਖੋ ਤਾਂ ਅਸੀਂ ਜਿਹੜੇ ਭਗਤੀ ਕਰਦੇ ਆ, ਸਿਮਰਨ ਕਰਦੇ ਆ, ਹਨਾ? ਕਿੱਦਾਂ ਅਸੀਂ ਖਿੱਚੇ ਚਲੇ ਜਾਂਦੇ ਉਹਨਾਂ ਵੱਲ। ਆਪਣੇ ਆਪ ਨੂੰ ਤੁਸੀਂ ਸੋਹਣਾ ਬਣਾਉਂਦੇ ਹੋ, ਆਪਣੀ ਆਤਮਾ ਨੂੰ ਵੀ ਸੋਹਣਾ ਬਣਾਓ। ਉਹ ਕਿੱਦਾਂ ਸੋਹਣਾ ਬਣੇਗੀ? ਜੇ ਅਸੀਂ ਭਗਤੀ ਕਰਾਂਗੇ, ਰੋਜ਼ ਬੰਦਗੀ ਕਰਾਂਗੇ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ, ਹਨਾ, ਰੱਬ ਨੂੰ ਪਾਇਆ, ਸਭ ਨੇ ਭਗਤੀ ਕੀਤੀ ਆ, ਬੰਦਗੀ ਕੀਤੀ ਆ। ਹੁਣ ਕਬੀਰ ਸਾਹਿਬ ਮਹਾਰਾਜ ਜੀ ਆਏ, ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਆਪਣੀ ਕੁਟੀਆ ਦੇ ਵਿੱਚ ਕੱਢ ਦਿੱਤੀ, ਹਨਾ? ਕੱਪੜਾ ਬੁਣਦੇ ਰਹੇ ਆਪਣਾ, ਹਨਾ? ਆਪਣਾ ਨਾਮ ਜਪਦੇ ਰਹੇ, ਬੰਦਗੀ ਕਰਦੇ ਰਹੇ, ਹਨਾ? ਉਹਨਾਂ ਦੇ ਯਾਰ ਦੋਸਤ ਜਿਹੜੇ ਸੀ ਉਹ ਅਮੀਰ ਸੀ, ਉਹਨਾਂ ਦੇ ਸ਼ਿਸ਼ੇ ਜਿਹੜੇ ਸੀ ਰਾਜੇ ਮਹਾਰਾਜੇ ਸੀ। ਉਹਨਾਂ ਨੇ ਕਦੇ ਕਿਹਾ ਕਿ ਮੈਨੂੰ ਮਹਿਲ ਬਣਾ ਕੇ ਦੇ ਦੇ? ਉਹਨੇ ਉੱਥੇ ਕੁਟੀਆ ਦੀ ਸਾਰੀ ਜ਼ਿੰਦਗੀ ਕੱਟੀ ਹੈ। ਗੁਰੂ ਰਵਿਦਾਸ ਮਹਾਰਾਜ ਜੀ ਸਾਡੇ ਨੇ, ਹਨਾ? ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਕੁਟੀਆ ਦੇ ਵਿੱਚ ਉਹ ਜੁੱਤੀਆਂ ਗੰਢ ਕੇ ਆਪਣਾ ਜੀਵਨ ਗੁਜ਼ਾਰ ਕੀਤਾ। ਉਹਨਾਂ ਦੇ ਸ਼ਿਸ਼ੇ ਸੀ ਰਾਜੇ ਮਹਾਰਾਜੇ ਸੀ, ਐਡੇ ਵੱਡੇ ਵੱਡੇ ਸ਼ਿਸ਼ੇ ਸੀ। ਕਦੇ ਉਹਨਾਂ ਨੇ ਕਿਹਾ ਕਿ ਮੈਨੂੰ ਮਹਿਲ ਪਾ ਕੇ ਦੇ ਦੇ, ਹਨਾ? ਉਹਨਾਂ ਸਾਰਿਆਂ ਨੇ, ਗੁਰੂ ਮਹਾਰਾਜ ਜਿੰਨੇ ਸਾਰੇ ਸੰਸਾਰ ਵਿੱਚ ਆਏ ਨੇ, ਸਾਰਿਆਂ ਨੇ ਨਾਮ ਦਾ ਹੁੱਕਾ ਦਿੱਤਾ, ਬੰਦਗੀ ਕੀਤੀ, ਭਗਤੀ ਕੀਤੀ। ਸਭ ਨੇ, ਸਾਰਿਆਂ ਨੇ ਇੱਕੋ ਹੁੱਕਾ ਦਿੱਤਾ, ਬੇਟੇ ਨਾਮ ਜਪੋ, ਨਾਮ ਜਪੋ, ਬੰਦਗੀ ਕਰੋ, ਭਗਤੀ ਕਰੋ। ਪਰ ਅਸੀਂ ਕਿੰਨੀ ਕੁ ਭਗਤੀ ਕਰਦੇ ਹਾਂ? ਆਪਣੇ ਅੰਦਰ ਝਾਤੀ ਮਾਰ ਕੇ ਤਾਂ ਦੇਖੋ। ਗੁਰੂ ਵਾਲੇ ਤਾਂ ਸਾਰੇ ਬਣ ਗਏ, ਹਨਾ? ਗੁਰੂ ਨੂੰ ਸਾਰੇ ਮੰਨਦੇ ਆ, ਪਰ ਗੁਰੂ ਦਾ ਕਹਿਣਾ ਕੋਈ ਨਹੀਂ ਮੰਨਦਾ ਪਿਆ। ਜੇ ਤੁਸੀਂ ਗੁਰੂ ਦਾ ਕਹਿਣਾ ਮੰਨਦੇ ਹੋ, ਗੁਰੂ ਨੂੰ ਪਿਆਰ ਕਰਦੇ ਹੋ, ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ, ਤਾਂ ਰੋਜ਼ ਬੰਦਗੀ ਕਰੋ। ਬੰਦਗੀ ਕਰਕੇ ਹੀ ਛੁਟਕਾਰਾ ਮਿਲਣਾ ਹੈ। ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰੀ ਜਾਓ, ਜਿੰਨੇ ਮਰਜ਼ੀ ਤੁਸੀਂ ਟੋਟ ਕੇ ਕਰੀ ਜਾਓ, ਜਿੰਨੇ ਮਰਜ਼ੀ ਨਾਰੀਅਲ ਪਾਣੀ 'ਚ ਬਹਾਈ ਜਾਓ, ਜਿੰਨੇ ਮਰਜ਼ੀ ਤੁਸੀਂ, ਹਨਾ, ਢਾਲੇ ਕਰੀ ਚਲੋ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ, ਇਹਨਾਂ ਦਾ ਸੁੱਖ ਮਿਲਣ ਵਾਲਾ ਨਹੀਂ ਹੈਗਾ। ਜਿੰਨੇ ਮਰਜ਼ੀ ਨੀਲਮ ਪੰਨਾ ਪਾ ਲਓ, ਹਨਾ, ਨਵੀਂ ਨਵੀਂ ਮੁੰਦਰੀਆਂ ਪਾ ਲਓ ਰੰਗ ਬਰੰਗੀਆਂ, ਇਹਨਾਂ ਨੇ ਤੁਹਾਡਾ ਜੀਵਨ ਬਦਲਣਾ ਨਹੀਂ ਹੈਗਾ। ਜੇ ਇਹਨਾਂ ਨਾਲ ਜੀਵਨ ਬਦਲਦਾ ਹੁੰਦਾ, ਦਾਨ ਪੁੰਨ ਕਰਨਾ ਜੀਵਨ ਬਦਲਦਾ ਹੁੰਦਾ, ਹਨਾ, ਢਾਲੇ ਕਰਨਾ ਜੀਵਨ ਬਦਲਦਾ ਹੁੰਦਾ, ਹਨਾ, ਤਰ੍ਹਾਂ ਤਰ੍ਹਾਂ ਦੇ ਉਪਾਏ ਕਰਨ ਨਾਲ ਇੱਦਾਂ ਜੀਵਨ ਅਗਰ ਬਦਲਦਾ ਹੁੰਦਾ, ਅੱਜ ਸਾਰਾ ਸੰਸਾਰ ਸੁਖੀ ਹੋ ਜਾਣਾ ਚਾਹੀਦਾ ਸੀ। ਕਿਹੜਾ ਇਨਸਾਨ ਕਹਿੰਦਾ ਮੈਂ ਦੁਖੀ ਰਵਾਂ? ਹਰ ਇਨਸਾਨ ਕਹਿੰਦਾ ਸੁਖੀ ਹੋਣਾ। ਸੁੱਖ ਦੇ ਲਈ ਉਹ ਭੱਜੀ ਜਾ ਰਿਹਾ, ਭੱਜੀ ਜਾ ਰਿਹਾ, ਭੱਜੀ ਜਾ ਰਿਹਾ, ਪਰ ਉਹ ਇਹ ਨਹੀਂ ਦੇਖਦਾ ਕਿ ਸੁੱਖ ਤਾਂ ਮੇਰੇ ਅੰਦਰ ਆ, ਦੁੱਖ ਵੀ ਮੇਰੇ ਅੰਦਰ ਆ, ਹਨਾ? ਜਿਸ ਇਨਸਾਨ ਨੇ ਕਸਮ ਹੀ ਖਾ ਲਈ ਕਿ ਮੈਂ ਦੁਖੀ ਹੀ ਰਹਿਣਾ ਆ, ਹਨਾ, ਹਰ ਸਮੇਂ ਹਾਏ ਹਾਏ ਕਰੀ ਜਾਣਾ, ਹਾਏ ਹਾਏ ਮਰ ਗਿਆ ਕਰੀ ਜਾਣਾ, ਉਹਨੂੰ ਕਿਹੜਾ ਇਨਸਾਨ ਨੂੰ ਸੁਖੀ ਕਰ ਸਕਦਾ? ਜੇ ਉਹਨੇ ਸੋਚ ਹੀ ਲਿਆ ਕਿ ਮੈਂ ਦੁਖੀ ਹੋ ਰਹਿਣਾ, ਤਾਂ ਉਹਨੂੰ ਕਿਹੜਾ ਇਨਸਾਨ ਨੂੰ ਖੁਸ਼ ਕਰ ਸਕਦਾ, ਸੁਖੀ ਕਰ ਸਕਦਾ? ਫਿਰ ਜਿਹੜੇ ਇਨਸਾਨ ਨੇ ਮੈਂ ਧਾਰੀ ਲਿਆ ਮੈਂ ਹਮੇਸ਼ਾ ਖੁਸ਼ ਰਹਿਣਾ ਆ, ਉਹਨੂੰ ਕਿਹੜਾ ਇਨਸਾਨ ਦੁਖੀ ਕਰ ਸਕਦਾ? ਸੁੱਖ ਵੀ ਤੁਹਾਡੇ ਅੰਦਰ ਆ, ਦੁੱਖ ਵੀ ਤੁਹਾਡੇ ਅੰਦਰ ਆ, ਖੁਸ਼ੀ ਵੀ ਤੁਹਾਡੇ ਅੰਦਰ ਆ, ਗਮੀ ਵੀ ਤੁਹਾਡੇ ਅੰਦਰ ਆ। ਫੈਸਲਾ ਤਾਂ ਤੁਸੀਂ ਕਰਨਾ ਆ। ਇਹ ਜੀਵਨ ਆ, ਇਹ ਜੀਵਨ ਤੁਹਾਡੇ ਹੱਥ ਵਿੱਚ ਆ, ਇਹ ਜ਼ਿੰਦਗੀ ਤੁਹਾਡੇ ਹੱਥ ਵਿੱਚ ਆ। ਤੁਸੀਂ ਰੋ ਕੇ ਕੱਟਣੀ ਆ ਕਿ ਹੱਸ ਕੇ ਕੱਟਣੀ ਆ, ਇਹਦਾ ਫੈਸਲਾ ਤੁਸੀਂ ਕਰਨਾ ਆ। ਜ਼ਿੰਦਗੀ ਤਾਂ ਰੋ ਕੇ ਵੀ ਕੱਟੀ ਜਾਣੀ ਆ, ਹੱਸ ਕੇ ਵੀ ਕੱਟੀ ਜਾਣੀ ਆ, ਪਰ ਇਹ ਕਿ ਰੋ ਕੇ ਜ਼ਿੰਦਗੀ ਕੱਟੋਗੇ ਥੋੜ੍ਹੀ ਔਖੀ ਹੋਵੇਗੀ, ਹਨਾ, ਮੁਸ਼ਕਲਾਂ ਭਰੀ ਹੋਵੇਗੀ। ਜੇ ਹੱਸ ਕੇ ਜ਼ਿੰਦਗੀ ਕੱਟੋਗੇ ਥੋੜ੍ਹੀ ਆਸਾਨ ਹੋ ਜਾਵੇਗੀ, ਸੌਖੀ ਹੋ ਜਾਵੇਗੀ। ਕਿਉਂ ਨਾ ਅਸੀਂ ਹੱਸ ਕੇ ਜ਼ਿੰਦਗੀ ਕੱਟੀਏ? ਕਿਉਂ ਨਾ ਅਸੀਂ ਖੁਸ਼ ਹੋ ਕੇ ਜ਼ਿੰਦਗੀ ਕੱਟੀਏ? ਅਸੀਂ ਕਿਉਂ ਦੁਖੀ ਹੋਈ ਜਾ ਰਹੇ ਹਾਂ?
ਬਾਬਾ ਫਰੀਦ ਜੀ ਇੱਕ ਵਾਰ ਬਾਬਾ ਫਰੀਦ ਜੀ ਕੋਲ ਸੰਗਤ ਆ ਰਹੀ ਸੀ, ਤਾਂ ਬਾਬਾ ਫਰੀਦ ਨੇ ਕੀ ਕੀਤਾ, ਖੰਭੇ ਨੂੰ ਜੱਫੀ ਪਾ ਲਈ। ਬਿਜਲੀ ਦਾ ਕਿਤੇ ਖੰਭਾ ਸੀ, ਉਹਨੂੰ ਖੰਭੇ ਨੂੰ ਜੱਫੀ ਪਾ ਕੇ ਤੇ ਕਹਿ ਰਹੇ ਕਿ ਬਚਾਓ 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 ਬਚਾਓ, ਹਨਾ। ਸੰਗਤ ਉਹਨਾਂ ਕੋਲ ਪਹੁੰਚੀ, ਜਦੋਂ ਸੰਗਤ ਹੈਰਾਨ ਹੋ ਗਈ, ਹਨਾ, ਕਿ ਉਹਨਾਂ ਨੇ ਬਾਬਾ ਫਰੀਦ ਜੀ ਤੇ ਬਾਬਾ ਫਰੀਦ ਨੂੰ ਕਿਹਾ ਕਿ ਮਹਾਰਾਜ ਤੁਸੀਂ ਇਹਨੂੰ ਫੜਿਆ ਕਾਤੇ ਹੋਇਆ, ਤੁਸੀਂ ਇਹਨੂੰ ਛੱਡ ਦਿਓ, ਹਨਾ। ਤੇ ਉਹ ਬਾਬਾ ਫਰੀਦ ਫੇਰ ਕਹੀ ਨੇ ਬਚਾਓ 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 ਬਚਾਓ, ਤੇ ਸੰਗਤਾਂ ਕਹਿ ਰਹੀ ਬਾਬਾ ਜੀ ਇਹਨੂੰ ਤੁਸੀਂ ਛੱਡ ਦਿਓ, ਤੁਸੀਂ ਆਪ ਹੀ ਤਾਂ ਇਹਨੂੰ ਫੜਿਆ ਹੋਇਆ, ਤੁਸੀਂ ਬਚਾਓ ਬਚਾਓ ਕਰੀ ਜਾਂਦੇ, ਇਹਨੂੰ ਛੱਡ ਦਿਓ ਤੁਸੀਂ ਠੀਕ ਹੋ ਜਾਓਗੇ। ਫਿਰ ਬਾਬਾ ਫਰੀਦ ਜੀ ਕਹਿਣ ਲੱਗੇ ਕਿ ਬੇਟੇ ਇਹੀ ਗੱਲ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, ਤੁਸੀਂ ਦੁੱਖਾਂ ਨੂੰ ਫੜ ਕੇ ਬੈਠੇ ਹੋਏ ਆ, ਤੁਸੀਂ ਛੱਡਦੇ ਨਹੀਂ ਪਏ। ਹਾਏ ਹਾਏ ਤੁਸੀਂ ਐਵੇਂ ਹੀ ਕਹੀ ਜਾਂਦੇ, ਬਚਾਓ ਬਚਾਓ ਤੁਸੀਂ ਆਪ ਹੀ ਕਰੀ ਜਾਂਦੇ ਆ, ਤੁਸੀਂ ਦੁੱਖਾਂ ਤੋਂ ਛੱਡਦੇ ਕਿਉਂ ਨਹੀਂ ਹੈਗੇ, ਤੁਸੀਂ ਦੁੱਖਾਂ ਨੂੰ ਫੜ ਕੇ ਕਿਉਂ ਬਹਿ ਗਏ। ਸੰਸਾਰ ਇਹ ਦੁੱਖਾਂ ਦਾ ਘਰ ਹੈ, ਸੁੱਖ ਨਹੀਂ ਹੈਗਾ। ਜਿਸ ਕੋ ਪੈਸਾ ਹੈਗਾ ਉਹ ਤਾਂ ਦੁਖੀ ਹੈ, ਜਿਸ ਕੋ ਨਹੀਂ ਹੈਗਾ ਉਹ ਤਾਂ ਦੁਖੀ ਹੈ। ਜਿਹੜਾ ਸੋਹਣਾ ਹੈ ਉਹ ਤਾਂ ਦੁਖੀ ਆ, ਜਿਹੜਾ ਕਾਲਾ ਹੈਗਾ ਉਹ, ਜਿਹੜਾ ਨਹੀਂ ਸੋਹਣਾ ਉਹ ਤਾਂ ਦੁਖੀ ਆ, ਜਿਹੜਾ ਕਾਲਾ ਹੈਗਾ ਉਹ ਤਾਂ ਦੁਖੀ ਆ, ਜੇ ਕੋਈ ਗੋਰਾ ਹੈਗਾ ਉਹ ਤਾਂ ਦੁਖੀ ਆ, ਜਿਹੜਾ ਅਮੀਰ ਹੈਗਾ ਉਹ ਤਾਂ ਦੁਖੀ ਆ, ਗਰੀਬ ਹੈਗਾ ਤਾਂ ਦੁਖੀ ਆ। ਹਰ ਇਨਸਾਨ ਕਿਸੇ ਨਾ ਕਿਸੇ ਪਾਸੋਂ ਦੁਖੀ ਆ। ਕਿਤੇ ਔਲਾਦ ਹੈਗੀ ਤਾਂ ਦੁਖੀ, ਨਹੀਂ ਹੈਗਾ ਤਾਂ ਦੁਖੀ, ਮੁੰਡਾ ਹੋ ਗਿਆ ਤਾਂ ਵੀ ਦੁਖੀ, ਨਹੀਂ ਹੋਇਆ ਤਾਂ ਵੀ ਦੁਖੀ। ਇਹ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਸੁੱਖ ਨਹੀਂ ਹੈਗਾ। ਸੁੱਖ ਕਿਹਦੇ ਵਿੱਚ ਆ, ਪਰਮਾਤਮਾ ਦੇ ਨਾਮ ਵਿੱਚ ਆ, ਉਹਦੀ ਬੰਦਗੀ ਵਿੱਚ ਆ। ਤੇ ਇਸ ਕਰਕੇ ਜੇ ਸੁੱਖ ਚਾਹੁੰਦੇ ਹੋ ਤਾਂ ਰੋਜ਼ ਬੰਦਗੀ ਕਰੋ, ਸਦਾ ਸਦਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਬੰਦਗੀ ਕਰੋ, ਭਗਤੀ ਕਰੋ। ਭਗਤੀ ਕਰਕੇ ਹੀ ਛੁਟਕਾਰਾ, ਬਿਨਾਂ ਭਗਤੀ ਤੋਂ ਛੁਟਕਾਰਾ ਮਿਲਣ ਵਾਲਾ ਨਹੀਂ ਹੈਗਾ, ਬਿਨਾਂ ਭਗਤੀ ਤੋਂ ਪਰਮਾਤਮਾ ਮਿਲਣ ਵਾਲਾ ਨਹੀਂ ਹੈਗਾ। ਬਾਹਰ ਦੀ ਯਾਤਰਾ ਖਤਮ ਕਰੋ, ਆਪਣੀ ਅੰਦਰ ਦੀ ਯਾਤਰਾ ਸ਼ੁਰੂ ਕਰੋ। ਬਾਹਰੋਂ ਧਿਆਨ ਹਟਾ ਕੇ ਬਾਹਰੋਂ ਧਿਆਨ ਲਗਾਉਣਾ ਬੰਦ ਕਰ ਦਿਓ, ਆਪਣੇ ਅੰਦਰ ਧਿਆਨ ਲਗਾਓ। ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰੋ, ਆਪਣੇ ਅੰਦਰ ਵੀ ਧਿਆਨ ਲਗਾਉਣਾ ਸ਼ੁਰੂ ਕਰੋ, ਤਾਂ ਹੀ ਤੁਸੀਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਰਾਮ ਨੂੰ, ਉਸ ਕ੍ਰਿਸ਼ਨ ਨੂੰ ਜਾਣ ਸਕਦੇ ਹੋ, ਹਨਾ, ਉਹਨੂੰ ਦੇਖ ਸਕਦੇ ਹੋ, ਉਹਨੂੰ ਮਹਿਸੂਸ ਕਰ ਸਕਦੇ ਹੋ। ਇਹ ਤੁਹਾਡੇ ਸਵਾਲ ਉਦੋਂ ਖਤਮ ਹੋਣੇ ਆ, ਤੁਹਾਡੇ ਮਨਾਂ ਵਿੱਚ ਸਵਾਲ ਇੰਨੇ ਪੈਦਾ, ਬਾਹਰ ਦੇ ਤੁਸੀਂ ਧਰਮਾਂ ਦੇ ਗ੍ਰੰਥ ਪੜ੍ਹੀ ਜਾ ਰਹੇ ਹੋ, ਬਾਹਰ ਦੀ ਕਿਤਾਬਾਂ ਧਾਰਮਿਕ ਪੜ੍ਹੀ ਜਾ ਰਹੇ ਹੋ, ਪੜ੍ਹ ਕੇ ਤੁਹਾਡੇ ਇੰਨੇ ਵਿਚਾਰ ਪੈਦਾ ਹੋ ਗਏ, ਤੁਸੀਂ ਲੋਕਾਂ ਨਾਲ ਤਰਕ ਕਰੀ ਜਾ ਰਹੇ ਹੋ, ਲੋਕਾਂ ਨੂੰ ਛੋਟਾ ਵੱਡਾ ਕਹੀ ਜਾ ਰਹੇ ਹੋ, ਲੋਕਾਂ ਨੂੰ ਨੀਚਾ ਦਿਖਾਈ ਜਾ ਰਹੇ ਹੋ। ਪਰ ਤੁਸੀਂ ਆਪਣਾ ਅਨੁਭਵ ਨਹੀਂ ਕੀਤਾ, ਆਪ ਪ੍ਰੈਕਟੀਕਲ ਨਹੀਂ ਕੀਤਾ। ਉਹਨੂੰ ਪੜ੍ਹ ਲਿਖ ਕੇ ਉਹ ਆਪਣੇ ਆਪ ਜੀਵਨ ਬਣਾਓ, ਦਾ ਢਾਲਣ ਦੀ ਕੋਸ਼ਿਸ਼ ਕਰੋ, ਆਪਣਾ ਜੀਵਨ ਉੱਦਾਂ ਦਾ ਬਣਾਓ, ਹੈ ਨਾ। ਆਪਣੇ ਅੰਤਰ ਵਿੱਚ ਖੋਜ ਕਰੋ ਰੋਜ਼, ਠੀਕ ਹੈ। ਦਾਸ ਕੋਲ ਕੁਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰ ਦੇਣਾ। ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਭਗਤੀ ਕਰੋਗੇ, ਕਿਉਂਕਿ ਭਗਤੀ ਬੰਦਾ ਉਹ ਜੋ ਬੰਦਗੀ ਕਰੇ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਮੁੱਲ ਅਮਲਾਂ ਦਾ ਪੈਣਾ ਗੋਰੇ ਚੰਮ ਦਾ ਨਹੀਂ। ਉੱਥੇ ਤੁਹਾਡਾ ਚੰਮ ਨਹੀਂ ਦੇਖਣਾ, ਠੀਕ ਹੈ, ਤੁਹਾਡੇ ਕਰਮ ਦੇਖੇ ਜਾਣੇ ਆ। ਉੱਥੇ ਤੁਹਾਡੇ ਕਿਸੇ ਜਾਤ ਪਾਤ ਨਹੀਂ ਪੁੱਛਣੀ, ਠੀਕ ਹੈ, ਉੱਥੇ ਤੁਹਾਡੇ ਕਰਮ ਦੇਖੇ ਜਾਣ, ਤੁਸੀਂ ਕਿਹੋ ਜਿਹੇ ਕਰਮ ਕੀਤੇ, ਉਹਦਾ ਤੁਹਾਨੂੰ ਫਲ ਮਿਲਣਾ ਹੈ। ਇਸ ਕਰਕੇ ਜਾਤਾਂ ਪਾਤਾਂ ਦਾ ਚੱਕਰਾਂ 'ਚ ਨਾ ਪਓ, ਹੈ ਨਾ। ਇਹ ਧਰਮਾਂ ਦੀ ਲੜਾਈਆਂ ਨਾ ਲੜੋ, ਸਾਰਿਆਂ ਨਾਲ ਇੱਕ ਦੂਜੇ ਨਾਲ ਪ੍ਰੇਮ ਕਰੋ, ਇੱਕ ਦੂਜੇ ਦੀ ਸਹਾਇਤਾ ਕਰੋ, ਠੀਕ ਹੈ ਨਾ। ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ। ਘੱਟੋ ਘੱਟ ਰੋਜ਼ 2.5 ਘੰਟੇ ਤੁਹਾਡਾ ਰੋਜ਼ ਦਾ ਅਭਿਆਸ ਹੋਣਾ ਚਾਹੀਦਾ, ਠੀਕ ਹੈ। ਜੈ ਲਖ ਦੱਤਾ ਪੀਰ ਦੀ, ਮੌਜ ਫਕੀਰ ਦੀ।